ਦਾ ਅਨਮਿਊਟ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ। ਦਰਸ਼ਕੋ, ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋ ਰਹੇ ਹਾਂ, ਜਿਸ ਦਾ ਨਾਮ ਹੈ ਅਨਮਿਊਟ ਕਿਸੇ। ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਹੈ ਕਿ दामने तार तार के किस्से छिड़ गए हैं बहार के किस्से, दिल उदास हो फिर भी सुनाई जा वसल के किस्से, मौसमों खुशगवार के किस्से। ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ, ਕੁਝ ਚੰਗੇ ਹੁੰਦੇ ਨੇ, ਕੁਝ ਮਾੜੇ ਹੁੰਦੇ ਨੇ, ਔਰ ਉਹ ਸਾਡੀਆਂ ਯਾਦਾਂ ਦੇ ਵਿੱਚ ਅਣਭੁੱਲ ਯਾਦ ਬਣ ਕੇ, ਇੱਕ ਕਿੱਸਾ ਬਣ ਕੇ ਕੈਦ ਹੋ ਜਾਂਦੇ ਨੇ, ਦਫਨ ਹੋ ਜਾਂਦੇ ਨੇ, ਜਾਂ ਤੁਸੀਂ ਕਹਿ ਲਓ ਕਿ ਸਾਡੇ ਮਨ ਦੇ ਚਿੱਤਰਪਟ ਉੱਤੇ ਪੱਕੇ ਤੌਰ 'ਤੇ ਉਲੀਕੇ ਜਾਂਦੇ ਹੈ। ਕਿਹਾ ਜਾਂਦਾ ਹੈ ਕਿ ਹਰੇਕ ਵਿਅਕਤੀ ਆਪਣੇ ਆਪ ਦੇ ਵਿੱਚ ਇੱਕ ਮਹਾਨ ਗ੍ਰੰਥ ਹੈ, ਅਤੇ ਮਹਾਨ ਗ੍ਰੰਥ ਇੱਕੋ ਵਾਰ ਪੜ੍ਹੇ ਤੇ ਸਮਝ ਨਹੀਂ ਆਉਂਦੇ। ਜਦੋਂ ਅਸੀਂ ਫਿਲਮ ਲਾਈਨ ਦੀ ਗੱਲ ਕਰਦੇ ਹਾਂ ਤੇ ਫਿਲਮ ਡਾਇਰੈਕਟਰਸ ਜਾਂ ਐਕਟਰਸ ਨਾਲ ਗੱਲ ਕੀਤਿਆਂ ਪਤਾ ਲੱਗਦਾ ਹੈ ਕਿ ਹਰੇਕ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਕਿੱਸਾ ਹੈ। ਹਰ ਇੱਕ ਵਿਅਕਤੀ ਆਪਣੇ ਆਪ ਦੇ ਵਿੱਚ ਇੱਕ ਖਾਸ ਕਿਸਮ ਦਾ ਇਨਸਾਈਕਲੋਪੀਡੀਆ ਹੈ। ਹਰ ਰੋਜ਼ ਇਸ ਜ਼ਿੰਦਗੀ ਦੇ ਵਿੱਚੋਂ ਦਰਗੁਜ਼ਰ ਹੁੰਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਐਡ ਹੁੰਦੀਆਂ ਜਾਂਦੀਆਂ ਨੇ, ਕਿੱਸਿਆਂ ਦੇ ਰੂਪ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਸ਼ਮੂਲੀਅਤ ਹੁੰਦੀ ਰਹਿੰਦੀ ਹੈ। ਔਰ ਜੇ ਦੇਖਿਆ ਜਾਵੇ ਤਾਂ ਹਰੇਕ ਵਿਅਕਤੀ ਦੇ ਲਾਈਫ ਦੇ ਉੱਤੇ ਇੱਕ ਮੁਕੰਮਲ ਕਿੱਸਾ, ਯਾਨੀ ਕਿ ਇੱਕ ਮੁਕੰਮਲ ਫਿਲਮ ਜਿਹੜੀ ਉਹ ਫਿਲਮਾਈ ਜਾ ਸਕਦੀ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਖਾਸ ਕਿਸਮ ਦੇ ਡਿਗਨੇਟਰੀਜ਼ ਲੈ ਕੇ ਤੁਹਾਡੇ ਮੁਖਾਤਿਬ ਹੋਇਆ ਕਰਾਂਗੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਖਾਸ ਕੰਮ ਵੀ ਕੀਤੇ ਨੇ, ਖਾਸ ਅਹੁਦਿਆਂ 'ਤੇ ਬਿਰਾਜਮਾਨ ਰਹੇ ਨੇ, ਔਰ ਉਹਨਾਂ ਤੋਂ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਕੁਝ ਖਾਸ ਕਿੱਸੇ। ਜੀ ਦੋਸਤੋ, ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਮਿਸਟਰ ਧਰਮਜੀਤ ਸਿੰਘ ਗਰੇਵਾਲ। ਇਹਨਾਂ ਨੇ ਲੰਮਾ ਸਮਾਂ ਵੱਖ-ਵੱਖ ਅਹੁਦਿਆਂ 'ਤੇ ਆਪਣੀ ਸੇਵਾਵਾਂ ਦਿੱਤੀਆਂ। DC ਆਫ ਪਟਿਆਲਾ ਰਹੇ ਔਰ ਸੈਕਟਰੀ ਫੂਡ ਐਂਡ ਸਪਲਾਈ ਪੰਜਾਬ ਦੇ ਤੌਰ 'ਤੇ ਵੀ ਲੰਮਾ ਸਮਾਂ ਕੰਮ ਕੀਤਾ। ਸਵਾਗਤ ਹੈ ਪ੍ਰੋਗਰਾਮ ਵਿੱਚ। ਥੈਂਕ ਯੂ, ਤੁਸੀਂ ਮੈਨੂੰ ਅਪਰਚੁਨਿਟੀ ਦਿੱਤੀ ਇੱਥੇ ਬੋਲਣ ਵਾਸਤੇ। ਜੀ ਸੋ ਮੈਂ ਪਹਿਲਾਂ ਤਾਂ ਮੇਰੀਆਂ ਬੈਸਟ ਵਿਸ਼ੇਸ ਅਨਮਿਊਟ ਚੈਨਲ ਨੂੰ ਕਿ ਬਹੁਤ ਤਰੱਕੀ ਕਰੇ। ਸੋ ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਜੋ ਤੁਸੀਂ ਚਾਹੋਗੇ, ਜੋ ਅਸੀਂ ਨਾਰਮਲ ਸਰਵਿਸ ਦੇ ਵਿੱਚ ਨਹੀਂ ਸ਼ੇਅਰ ਕਰ ਸਕਦੇ, ਉਸ ਕਿਸਮ ਦੇ ਕੋਈ ਕਿਸੇ ਜੋ ਤੁਸੀਂ ਪੁੱਛਣਾ ਚਾਹੋ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਜੀ ਬਹੁਤ ਬਹੁਤ ਸ਼ੁਕਰੀਆ। ਗਰੇਵਾਲ ਸਾਹਿਬ, ਅਕਸਰ ਕਿਹਾ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਜਿਹੜੇ ਦੁੱਖ ਨੇ ਉਹ ਬਾਦਸ਼ਾਹਾਂ ਨੂੰ ਹੁੰਦੇ ਨੇ, ਕਿਉਂਕਿ ਇੰਨੇ ਲੰਮੇ ਸਮੇਂ ਤੱਕ ਤੁਸੀਂ ਇੰਨੇ ਵੱਡੇ ਅਹੁਦਿਆਂ 'ਤੇ ਕੰਮ ਕੀਤਾ। ਆਮ ਵਿਅਕਤੀ ਦੀ ਪਹੁੰਚ ਤੋਂ ਇਹ ਅਹੁਦੇ ਕਾਫੀ ਦੂਰ ਨੇ, ਪਹੁੰਚ ਔਰ ਸਮਝ ਤੋਂ ਕਾਫੀ ਦੂਰ ਹੈ। ਔਰ ਜਦੋਂ ਗੱਲ ਆਉਂਦੀ ਹੈ DC, ਐਜ਼ ਅ DC ਤੁਸੀਂ ਸੇਵਾਵਾਂ ਨਿਭਾਈਆਂ ਜਾਂ ਐਜ਼ ਅ ਸੈਕਟਰੀ ਨਿਭਾਈਆਂ, ਤਾਂ ਉਹਨਾਂ ਦੇ ਉੱਪਰ ਵੀ ਕੋਈ ਨਾ ਕੋਈ ਹੈੱਡ ਜ਼ਰੂਰ ਹੁੰਦਾ। ਅਤੇ ਜਦੋਂ ਹੈੱਡ ਨੂੰ ਛੁੱਟੀ ਲੈਣ ਮਾਰਫਤ ਕਿਸੇ ਦੀਆਂ ਮਿੰਨਤਾਂ ਕਰਨੀਆਂ ਪੈਣ, ਜਾਂ ਕਈ ਵਾਰੀ ਸਿਚੁਏਸ਼ਨਜ਼ ਇਸ ਕਿਸਮ ਦੀ ਹੁੰਦੀ ਤੁਸੀਂ ਛੁੱਟੀ ਨਹੀਂ ਲੈ ਪਾਉਂਦੇ, ਅਤੇ ਗੱਲ ਉੱਥੇ ਹੀ ਕਿ ਸਭ ਤੋਂ ਜ਼ਿਆਦਾ ਦੁੱਖ ਜਿਹੜੇ ਨੇ ਬਾਦਸ਼ਾਹਾਂ ਨੂੰ ਹੁੰਦੇ ਨੇ। ਕੀ ਵਾਕਈ ਇੱਦਾਂ ਹੈ? ਹਾਂਜੀ, ਇਹ ਮੈਂ ਜਿਹੜਾ ਸੈਕਟਰੀ ਫੂਡ ਐਂਡ ਸਪਲਾਈਜ਼ ਦੇ ਵਿੱਚ ਰਿਹਾ ਹੈਗਾ, ਅਤੇ ਇਹਦੇ ਵਿੱਚ ਕਾਫੀ ਤੁਹਾਨੂੰ ਹਰ ਸਾਲ ਕ੍ਰੌਪ ਦੇ ਵਿੱਚ ਇੰਨੀਆਂ ਪ੍ਰੋਬਲਮਸ ਆਉਂਦੀਆਂ ਵੀ ਅੱਜ ਇੱਥੇ ਜੀ ਉਸ ਮੰਡੀ 'ਚ ਬਾਰਦਾਨਾ ਨਹੀਂ ਪਹੁੰਚਿਆ, ਇੱਥੇ ਨਹੀਂ ਪਹੁੰਚਿਆ, ਨਹੀਂ ਪਹੁੰਚਿਆ। ਇੱਕ ਵਾਰ ਮੈਂ ਮਿਨਿਸਟਰ ਤੋਂ ਛੁੱਟੀ ਲੈ ਕੇ ਬੈਂਗਲੌਰ ਆਪਦੀਆਂ ਟਿਕਟਾਂ ਲੈ ਕੇ ਜਾ ਰਿਹਾ ਸੀ ਵਾਈਫ ਦੇ ਨਾਲ, ਅਤੇ ਜਦ ਮੈਂ ਲਾਲੂ ਨਹੀਂ ਲੰਘਿਆ ਹੋਵਾਂਗਾ ਤਾਂ CM ਦਾ ਫੋਨ ਆ ਗਿਆ ਵੀ ਫਰੀਦਕੋਟ ਦਾ MLA ਕਹਿੰਦਾ ਉੱਥੇ ਬਾਰਦਾਨਾ ਨਹੀਂ ਹੈ, ਬੋਰੀਆਂ ਨਹੀਂ ਪਹੁੰਚੀਆਂ, ਖਰੀਦ ਬੰਦ ਹੋ ਰਹੀ ਹੈ। ਅਤੇ ਮੈਂ ਕਿਹਾ ਜੀ ਹੈਗੀਆਂ, ਮਿਲ ਜਾਣਗੀਆਂ। ਮੈਂ ਫੋਨ 'ਤੇ ਕਰਦਾ ਰਿਹਾ, ਦਿੱਲੀ ਤੱਕ ਜਾਂਦੇ ਨੇ ਮੈਨੂੰ ਇੰਨੇ ਕੁ ਫੋਨ ਆਏ ਕਿ ਮੈਂ ਆਊਟਰ ਰਿੰਗ ਰੋਡ ਤੋਂ, ਮੈਂ ਕਿਹਾ ਟਿਕਟਾਂ ਖਤਮ ਜੀ, ਅਤੇ ਆਪਾਂ ਫਲਾਈਟ ਨਹੀਂ ਲਵਾਂਗੇ। ਜੇ ਮੈਂ 3 ਦਿਨ ਉੱਥੇ ਰਹਿ ਗਿਆ ਤਾਂ 3 ਦਿਨਾਂ 'ਚ ਮੇਰੇ ਅਗੇਂਸਟ ਸਭ ਨੇ ਇਹ ਕਹਿਣਾ ਕਿ ਇਹ ਜੇ ਹੁੰਦਾ ਤਾਂ ਫਰਕ ਪੈ ਜਾਂਦਾ। ਫਿਰ ਮੈਂ ਦਿੱਲੀ ਕੋਲ ਜਾ ਕੇ ਇਹ ਕਹਿੰਦੇ ਜੀ ਕੀ ਕਰਨਾ, ਮੈਂ ਦਿੱਲੀ ਜੀ ਅਰੇਂਜਮੈਂਟ ਕਰਨ ਆਇਆ ਹੋਇਆ ਬਾਰਦਾਨਾ ਜੀ, ਇਹ ਕਰਕੇ ਵਾਪਸ ਆ ਜਾਵਾਂਗਾ। ਫਿਰ ਮੈਨੂੰ ਪਤਾ ਸੀ ਕਿ ਮੇਰੀ ਪ੍ਰੈਜ਼ੈਂਸ ਦੇ ਵਿੱਚ ਹੱਲ ਕਰਨਾ ਸੌਖਾ ਹੈਗਾ, ਵੀ ਇਹ ਸ਼ਿਫਟਿੰਗ ਕਰਨੀ ਪੈਂਦੀ ਹੈ। 60 ਕਰੋੜ ਬੋੜੀ ਲੱਗਦੀ ਹੈ ਇੱਕ ਸਾਲ ਦੇ ਵਿੱਚ। 60 ਕਰੋੜ ਬੋੜੀ ਨੂੰ ਕਿੱਥੇ ਕਿੱਥੇ ਪਹੁੰਚਣਾ, ਕਿੱਥੇ ਨਹੀਂ, ਇੱਕ ਥਾਂ ਪਈ ਹੁੰਦੀ ਹੈ, ਇੱਕ ਥਾਂ ਨਹੀਂ ਪਈ ਹੁੰਦੀ। ਹਰ ਇੱਕ ਬੰਦਾ ਪੋਜ਼ੈਸਿਵ ਹੁੰਦਾ ਕਿ ਮੇਰੇ ਕੋਲੋਂ ਖੋ ਕੇ ਤਾਂ ਉਸ ਨੂੰ ਨਹੀਂ ਦੇਣੀ। ਸੋ ਕਿਸੇ ਮੰਡੀ 'ਚ ਵੱਧ ਹੈ, ਕਿਸੇ ਘੱਟ ਹੈ। ਇੱਕ ਹੁੰਦਾ ਕਿ ਬੰਦਾ ਇਹਨੂੰ ਕਹੀਏ ਤੁਸੀਂ ਪੁਰਾਣੀਆਂ ਲਾਓਗੇ ਤਾਂ ਉਹ ਨਵੀਆਂ ਰੱਖ ਕੇ ਪੁਰਾਣੀਆਂ ਲਾਉਣ ਦੀ ਕੋਸ਼ਿਸ਼ ਕਰਦਾ ਜੀ। ਸੋ ਮੈਨੇਜਮੈਂਟ ਦੇ ਵਿੱਚ ਇਹ ਦੇਖਣਾ ਪੈਂਦਾ ਵੀ ਕਿੱਥੇ ਕਿੱਥੇ ਕਿਹੜੀ ਏਜੰਸੀ ਕੋਲ ਕਿੰਨੀਆਂ। ਸੋ ਇਹੋ ਜਿਹੇ ਜਿਹੜੀ ਪ੍ਰੋਕਿਉਰਮੈਂਟ ਹੈ, ਰਾਤ ਨੂੰ ਬਾਰਿਸ਼ ਆ ਜਾਂਦੀ ਹੈ, ਤੁਸੀਂ ਸਾਰੇ ਪੰਜਾਬ ਦੀ ਬਾਰਿਸ਼ ਦੇ ਜ਼ਿੰਮੇਵਾਰ ਤੁਸੀਂ ਹੋ, ਕਿਉਂਕਿ ਸਵੇਰ ਨੂੰ ਜੇ ਤੁਹਾਡੀ ਕਣਕ ਕਿਤੇ ਮੰਡੀ 'ਚ ਪਈ ਹੈ, ਔਰ ਮੰਡੀ ਦੇ ਵਿੱਚ ਵੀ ਇਹ ਹੈਗਾ ਕਿ ਜਦੋਂ ਸ਼ੁਰੂ 'ਚ ਆਉਂਦੀ ਹੈ 1 ਲੱਖ ਟਨ 2 ਲੱਖ ਟਨ ਤਾਂ ਉਹ ਚੱਕੀ ਜਾਂਦੀ ਹੈ। ਫਿਰ ਇੱਕ ਟਾਈਮ ਆਉਂਦਾ ਜਦੋਂ ਮੰਡੀ ਵਿੱਚ 10 ਲੱਖ ਟਨ ਡੇਲੀ ਅਰਾਈਵਲ ਹੋ ਜਾਂਦੀ ਹੈ ਜੀ। ਜੋ 10 ਲੱਖ ਟਨ ਅਰਾਈਵਲ ਹੋ ਜਾਏ 4 ਦਿਨ, ਤੁਹਾਡੀ ਲਿਫਟਿੰਗ ਕੈਪੈਸਿਟੀ ਸਟੇਟ ਦੀ 5 ਲੱਖ ਟਨ ਹੈ ਜੀ, ਤੋਂ ਗਲਟ ਆ ਜਾਂਦਾ। ਫਿਰ ਤੁਹਾਡੇ ਜਿਹੜੇ ਉਲਟ ਚੱਲਣ ਵਾਲੇ ਬੰਦੇ ਆ, ਆੜਤੀ ਐਸੋਸੀਏਸ਼ਨ, ਉਹ CM ਕੋਲ ਮੀਟਿੰਗ ਰਖਾਉਂਦੇ ਜੀ ਇਹ ਲਿਫਟਿੰਗ ਨਹੀਂ ਹੋ ਰਹੀ ਸਰਕਾਰ ਤੋਂ।
ਪਰ ਸਾਨੂੰ ਪਤਾ ਹੁੰਦਾ ਕਿ ਜਿਸ ਦਿਨ ਇਹ 10 ਲੱਖ ਤੋਂ 10 ਲੱਖ ਤੋਂ ਥੱਲੇ 5 ਲੱਖ ਤੇ ਵਾਪਸ ਆਈ ਫਿਰ ਇਹ ਮੰਡੀਆਂ ਕਲੀਅਰ ਹੋਣਗੀਆਂ ਜੀ। ਸੋ ਉਹ ਟਾਈਮ ਐਵੇਂ ਪਾਸ ਕਰਨਾ ਪੈਂਦਾ, ਬੜਾ ਟਫ ਸਿਚੁਏਸ਼ਨ ਹੁੰਦੀ ਹੈ, ਕ੍ਰੂਸ਼ੀਅਲ ਸਿਚੁਏਸ਼ਨਸ ਬਹੁਤ ਵਾਰੀ ਹਾਂ, ਅਰਾਈਜ਼ ਹੁੰਦੀਆਂ ਨੇ। ਸੈਂਸਿਟਿਵ ਹੁੰਦਾ। ਇੰਨਾ ਪੜ੍ਹਨ ਲਿਖਣ ਦਾ ਫਾਇਦਾ ਕਿ ਜੇ ਇੱਕ ਇਸ ਕਿਸਮ ਦਾ ਬੰਦਾ ਮੇਰੇ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਹੈ, ਜਾਂ ਕਈ ਵਾਰੀ ਜਿੱਦਾਂ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ ਤਾਂ ਕੋਈ ਇੱਦਾਂ ਜਰਨਲਿਸਟ ਨੇ ਕਦੇ ਪਰੇਸ਼ਾਨ ਕੀਤਾ ਹੋਵੇ, ਜਾਂ ਉਹਨਾਂ ਕ੍ਰੂਸ਼ੀਅਲ ਸਿਚੁਏਸ਼ਨਸ ਦੇ ਵਿੱਚੋਂ ਫਿਰ ਕਿੱਦਾਂ ਇੱਕ ਥਿਨ ਲਾਈਨ ਦੇ ਨਾਲ ਇੱਕ ਆਫੀਸਰ ਪਲੇ ਕਰਦਾ? ਇੱਕ ਤਾਂ ਪਹਿਲੀ ਗੱਲ ਤਾਂ ਕਿ ਆਪਣੇ ਆਪ ਨੂੰ ਬੰਦਾ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਤੇ ਕੰਟਰੋਲ ਹੋਣਾ ਚਾਹੀਦਾ, ਡਿਸਪਲਿਨ 'ਚ ਹੋਣਾ ਚਾਹੀਦਾ, ਤੁਹਾਡੀ ਕੋਈ ਵੀਕਨੈਸ ਨਾ ਐਕਸਪਲੋਇਟ ਕਰਨ ਜੀ। ਸੈਕੰਡ, ਮੇਰਾ ਪੋਲੀਟੀਸ਼ੀਅਨਸ ਦੇ ਨਾਲ ਬਹੁਤ ਲੰਬਾ ਵਾਹ ਪਿਆ। ਇੱਕ ਅਫਸਰ ਨੂੰ ਪੋਲੀਟੀਸ਼ੀਅਨ ਤਾਂ ਹੀ ਕੋਈ ਕੰਮ ਨਹੀਂ ਹੋਣਾ ਚਾਹੀਦਾ। ਜੇ ਕੋਈ ਅਫਸਰ ਪੋਲੀਟੀਸ਼ੀਅਨ ਕੋਲੇ ਜਾ ਕੇ ਕਹੂਗਾ ਜੀ ਮੇਰਾ ਆਹ ਕੰਮ ਕਰ ਦਿਓ, ਤਾਂ ਦੈਨ ਤੁਹਾਨੂੰ ਥੱਲੇ ਲੱਗਣਾ ਪਏਗਾ। ਅਦਰਵਾਈਜ਼ ਤੁਸੀਂ ਆਪਦਾ ਆਪ ਕਲੀਅਰ ਕਰਕੇ ਰੱਖਦੇ ਹੋ ਤੇ ਲਾ ਹੈਗਾ ਜੋ ਹੈਗਾ, ਐਂਡ ਤੁਹਾਨੂੰ ਕੋਈ ਪੋਸਟਿੰਗ ਦੀ ਇਹ ਨਹੀਂ ਹੈਗੀ ਮੈਂ ਕਹਿ ਕੇ ਪੋਸਟਿੰਗ ਕਰਾਈ ਹੈ। ਮੇਰਾ ਸਿਸਟਮ ਇਹ ਰਿਹਾ ਕਿ ਮੈਂ ਕਦੀ ਕਿਸੇ ਨੂੰ ਪੋਸਟਿੰਗ ਵਾਸਤੇ ਕਦੀ ਨਹੀਂ ਕਹਿਣਾ ਪਿਆ। ਤੇ ਜਦ ਵੀ ਕਿ ਜਿਵੇਂ ਡੀਸੀ ਪਟਿਆਲਾ ਸੀ, ਮੈਨੂੰ ਸੀ ਰਖੜਾ ਸਾਹਿਬ ਨੇ ਕਿਹਾ ਕਿ ਇੱਥੇ ਬੰਦੇ ਨੇ ਕਿਸੇ ਨੇ ਹੋਰ ਨੇ ਵਿਕਾਸ ਗਰਗ ਆ ਰਿਹਾ, ਸੋ ਉਹਨੇ ਉਧਰ ਸੀਐਮ ਸਾਹਿਬ ਦੇ ਕਿਸੇ ਫੈਮਿਲੀ ਮੈਂਬਰ ਯੈਸ ਕਰਾ ਲਈ ਹੈ, ਤੁਸੀਂ ਆਪਣੀ ਆਪਸ਼ਨ ਦੇ ਦਿਓ। ਮੈਂ ਕਿਹਾ ਜੀ ਠੀਕ ਆ ਰਖੜਾ ਸਾਹਿਬ, ਤੁਸੀਂ ਦੱਸਤਾ, ਥੈਂਕ ਯੂ। ਤੇ ਉਸ ਤੋਂ ਬਾਅਦ ਮੈਂ ਚੀਫ ਸੈਕਟਰੀ ਨੂੰ ਕਹਤਾ ਕਿ ਮੈਂ ਉਸ ਥਾਂ ਨਹੀਂ ਜਾਣਾ ਜਿੱਥੋਂ ਆ ਰਿਹਾ, ਉਹ ਮੇਰਾ ਏਰੀਆ, ਉੱਥੇ ਮੈਨੂੰ, ਕਿਉਂਕਿ ਗਵਰਨਮੈਂਟ ਦੇ ਵਿੱਚ ਤੁਸੀਂ ਪੋਲੀਟੀਸ਼ੀਅਨ ਤੁਹਾਨੂੰ ਕਿਸੇ ਨੂੰ ਡਾਇਰੈਕਟ ਕਿਸੇ ਦਾ ਕੰਮ ਨਹੀਂ ਕਰਨ ਦਿੰਦੇ, ਖਾਸ ਕਰਕੇ ਆਪਦੇ ਹਲਕੇ 'ਚ ਉਹ ਚਾਹੁੰਦੇ ਆ ਕਿ ਜੇ ਕੰਮ ਕਰੇ ਤਾਂ ਪਹਿਲਾਂ ਮੈਨੂੰ ਦੱਸੇ ਜੀ। ਤੁਸੀਂ ਬੰਦੇ ਦੀ ਡੈਥ ਹੋ ਗਈ, ਉਹਦੀ ਕੰਪੈਸ਼ਨੇਟ ਗਰਾਊਂਡ ਤੇ ਅਪਾਇੰਟਮੈਂਟ ਕਰਤੀ, ਬਟ ਉਹ ਤੁਹਾਡੇ ਕਿੰਨੇ ਹੀ ਪੋਲੀਟੀਸ਼ੀਅਨ ਕਲੋਜ਼ ਆ, ਉਹ ਸੋਚਦਾ ਕਿ ਪਹਿਲਾਂ ਮੇਰੇ ਘਰ ਉਹ ਬੰਦਾ ਆਉਂਦਾ ਫਿਰ ਮੈਂ ਅਪਾਇੰਟਮੈਂਟ ਦਿੰਦਾ ਜੀ। ਸੋ ਮੈਂ ਕਿਹਾ ਜੀ ਉੱਥੇ ਮੈਂ ਜਾਊਂਗਾ, ਕੋਈ ਰਿਸ਼ਤੇਦਾਰ ਆਊਗਾ, ਮੈਨੂੰ ਤਾਂ ਮੈਂ ਨੈਕਸਟ ਚੀਫ ਸੈਕਟਰੀ ਸਾਹਿਬ ਨੂੰ ਕਹਿੰਦਾ ਮੈਂ ਇੱਥੇ ਭੇਜ ਦਿਓ। ਚੰਡੀਗੜ੍ਹ ਮੈਂ ਰਿਹਾ, ਮੈਂ ਇੱਥੇ 10ਵੀਂ BA MA ਸਭ ਇੱਥੇ ਕੀਤੀ ਹੈ, ਮੈਨੂੰ ਕੋਈ ਪ੍ਰੋਬਲਮ ਇੱਥੇ, ਮੈਂ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਜੇ ਤੁਸੀਂ ਜਾ ਕੇ ਕਹੋ ਨਹੀਂ ਸਰ ਮੇਰਾ DC ਲੱਗੇ ਬਿਨਾਂ ਕੰਮ ਨਹੀਂ ਚੱਲਦਾ ਜੀ, ਸੋ ਮੇਰਾ ਇਸ ਤਰੀਕੇ ਨਾਲ ਇਹ ਨਹੀਂ ਹੁੰਦਾ, ਫਿਰ ਬੰਦੇ ਨੂੰ ਥੋੜ੍ਹੀਆਂ ਉਹ ਹੋਰ ਨਜ਼ਰ ਨਾਲ ਦੇਖਦੇ ਆ। ਜੇ ਤੁਹਾਡੇ ਕੋਈ ਵੀਕਨੈਸ ਹੈ ਤੁਹਾਨੂੰ ਉਹਨਾਂ ਕੋਲ ਜਾਣਾ ਪੈ ਜੇ, ਤਾਂ ਰੱਬ ਦੀ ਕਿਰਪਾ ਰਹੀ ਹੈ ਕਿ ਪੋਲੀਟੀਸ਼ੀਅਨ ਕੋਲ ਜਾਣਾ ਨਹੀਂ ਪਿਆ ਜੀ। ਤੇ ਇਸ ਕਰਕੇ ਰਿਗਾਰਡ ਮੇਰੇ ਪਿਛਲੇ ਸਾਰੇ ਕਰਦੇ, ਉਹਨਾਂ ਦਾ ਜਿੱਥੇ ਕੰਮ ਹੈ, ਕੰਮ ਨਾਰਮਲ ਕੰਮ 'ਚ ਰੁਕਾਵਟ ਨਹੀਂ ਪਾਈ, ਜਿੱਥੇ ਨਹੀਂ ਹੋ ਸਕਦੀ ਮੈਂ ਸਮਾਈਲ ਕਰਕੇ ਜਵਾਬ ਦਿੰਦਾ ਸੀ ਨਹੀਂ ਜੀ, ਐਂਡ ਉਹ ਬਿਲੀਵ ਕਰਦੇ ਸੀ ਕਿ ਇਹਦਾ ਮਤਲਬ ਕਿ ਨੇ ਜੋ ਕਰ ਸਕਦਾ ਕਰਤਾ, ਉਸ ਤੋਂ ਬਾਅਦ ਇਹਨੇ ਨਹੀਂ ਕਰਨਾ ਜੀ। ਜਦੋਂ IAS ਜਾਂ PCS ਦੇ ਵਾਸਤੇ ਇੱਕ ਐਸਪਾਇਰੈਂਟ ਜਿਹੜਾ ਹੁੰਦਾ ਉਹ ਪ੍ਰਿਪੇਅਰ ਹੋ ਰਿਹਾ ਹੁੰਦਾ, ਤਾਂ ਉਸ ਦੇ ਦਿਲੋਂ ਦਿਮਾਗ ਦੇ ਵਿੱਚ ਅਨੇਕਾਂ ਹੀ ਉਮੰਗਾਂ ਚਾਹ ਹੁੰਦੇ ਹੈ, ਜਾਂ ਅਫਸਰੀ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰਨ ਦੇ ਇੰਨੇ ਕੁ ਜ਼ਿਆਦਾ ਮਤਲਬ ਮਹੱਤਵਕਾਂਸ਼ਾਵਾਂ ਹੁੰਦੀਆਂ। ਜੌਬ ਤੇ ਆ ਜਾਣ ਤੋਂ ਬਾਅਦ ਤੁਸੀਂ ਫੈਮਿਲੀ ਨੂੰ ਉਨਾ ਟਾਈਮ ਨਹੀਂ ਦੇ ਪਾਉਂਦੇ, ਔਰ ਸੇਵਾ ਮੁਕਤ ਹੋ ਜਾਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਕੁਝ ਖਾਸ ਚੀਜ਼ਾਂ ਨੂੰ ਮਿਸ ਕਰ ਦਿੱਤਾ। ਕੀ ਸੋਚਦੇ ਹੋ? ਹਾਂ, ਇਹ ਚੀਜ਼ਾਂ ਹੈਗੀਆਂ ਕਿ ਤੁਸੀਂ ਜੋ ਜੌਬ ਜਾਂਦੇ ਹੋ, ਤੁਸੀਂ ਇੰਨੇ ਕੁ ਬਿਜ਼ੀ ਹੁੰਦੇ ਹੋ ਕਿ ਤੁਸੀਂ ਦੂਰ ਤੋਂ ਡਿਸਟੈਂਸ 'ਤੇ ਚੱਲੇ ਹੋ, ਕਿਸੇ ਰਿਸ਼ਤੇਦਾਰ ਦੇ ਜਾਂ ਕਿਸੇ ਵੀ ਸੋਸ਼ਲ ਫੰਕਸ਼ਨ 'ਤੇ ਚੱਲੇ ਹੋ, ਤੁਸੀਂ ਸਿਰਫ ਇੱਕ ਘਰ ਵਾਲਾ ਜਿਹੜਾ ਬੰਦਾ ਮੈਂਬਰ ਹੈ ਜਿਹਨੇ ਤੁਹਾਨੂੰ ਇਨਵਾਈਟ ਕੀਤਾ, ਤੁਸੀਂ ਉਹਨੂੰ ਸਰਚ ਕਰਕੇ ਉਹਨੂੰ ਸ਼ਗਨ ਫੜਾ ਕੇ ਖਾਣਾ ਖਾ ਕੇ ਚਲੇ ਜਾਂਦੇ, ਤੁਹਾਨੂੰ ਨਹੀਂ ਪਤਾ ਇੱਥੇ ਹੋਰ ਕੀ ਹੋ ਰਿਹਾ। ਬਟ ਆਫਟਰ ਰਿਟਾਇਰਮੈਂਟ ਹੁਣ ਦੇਖੀਦਾ ਕਿ ਉੱਥੇ ਤਾਂ ਹੋਰ ਬਹੁਤ ਦੁਨੀਆ ਆਈ ਹੈ ਜੀ। ਤੁਸੀਂ ਇਕੱਲੇ ਬੰਦੇ ਨੂੰ ਤੁਹਾਨੂੰ ਕਿੰਨੀ ਦੇਰ ਬਾਅਦ ਮਿਲ ਰਿਹਾ, ਕੋ ਮਿਲ ਰਿਹਾ, ਤੁਸੀਂ ਬੈਠ ਕੇ ਗੱਲਾਂ ਕਰਦੇ ਹੋ। ਉਦੋਂ ਹੁੰਦਾ ਸੀ ਬਸ ਇੱਕ ਉਹਨਾਂ ਕੋਲ ਹੀ ਜਾਣਾ, ਇਸ ਤੋਂ ਬਾਅਦ ਦੂਜੇ ਥਾਂ ਤੀਜੇ ਥਾਂ ਜੀ। ਕਦੇ ਰਿਗਰੈਟ ਫੀਲ ਹੋਇਆ ਜਾਂ ਕਦੇ ਮਤਲਬ ਵਾਈਫ ਨੇ ਕਿਹਾ ਹੋਵੇ ਵੀ ਇਹ ਤੁਸੀਂ ਕੀ ਕੀਤਾ, ਜਾਂ ਤੁਸੀਂ ਕੋਈ ਖਾਸ ਕਿਸਮ ਦੀ ਓਪਰਚੁਨਿਟੀ ਮਿਸ ਕਰ ਦਿੱਤੀ ਹੋਵੇ, ਕੋਈ ਫੰਕਸ਼ਨ ਮਿਸ ਕੀਤਾ ਹੋਵੇ? ਨਹੀਂ, ਬਹੁਤ ਹੈ ਨਾ, ਕਦੇ ਮਤਲਬ ਫੈਮਿਲੀ ਵੱਲੋਂ ਕੋਆਪਰੇਸ਼ਨ ਰਹੀ ਹੈ ਤੇ ਇੱਕ ਰੱਬ ਦੀ ਮਿਹਰ ਰਹੀ ਹੈ। ਮੈਂ ਕਦੀ ਐਸੀ ਕੋਈ ਸਿਚੁਏਸ਼ਨ ਫੈਮਿਲੀ ਨਾਲ ਕੋਈ ਪ੍ਰੋਬਲਮ ਨਹੀਂ ਆਈ, ਫੈਮਿਲੀ ਨੇ ਸਪੋਰਟ ਹੀ ਕੀਤੀ ਹੈ ਮੈਨੂੰ ਜੀ। ਕਦੇ ਕੁਝ ਇਸ ਤਰ੍ਹਾਂ ਦਾ ਵੀ ਵਾਪਰਿਆ ਕਿ ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੇ ਨਾਲ ਇੱਕ ਆਫਿਸਰ ਦੀ ਡੀਲਿੰਗ ਹੁੰਦੀ ਹੈ, ਤਾਂ ਜਦੋਂ ਤੁਸੀਂ ਕਿਸੇ ਦਾ ਕੰਮ ਕਰਾ ਦਿੰਦੇ ਹੋ ਔਰ ਅਗਲਾ ਤੁਹਾਨੂੰ ਰਿਗਾਰਡਸ ਪੇ ਕਰਨ ਵਾਸਤੇ ਆਉਂਦਾ ਹੈ, ਬਹੁਤ ਸਾਰੇ ਲੋਕਾਂ ਨੇ ਯਕੀਨਨ ਕੀਤਾ ਹੋਏਗਾ, ਇੱਕ ਦੋ ਕੁਝ ਜੋ ਤੁਹਾਨੂੰ ਚੁਣਿੰਦਾ ਯਾਦ ਹੋਣ ਸਾਡੇ ਨਾਲ ਸਾਂਝਾ ਕਰੋ। ਇਹ ਤਾਂ ਜ਼ਿੰਦਗੀ 'ਚ ਬਹੁਤ ਮੌਕੇ ਆਉਂਦੇ ਹੈਗੇ ਆ, ਲਾਈਕ ਜਿਵੇਂ ਤੁਸੀਂ ਮੋਸਟਲੀ ਜਿਵੇਂ ਹੈੱਡ ਹੈਗੇ ਤੁਸੀਂ ਕਿਸੇ ਇੰਸਟੀਟਿਊਟ ਦੇ, ਸਪੋਜ਼ DC ਹੈ, ਹੁਣ ਜਿਹੜਾ ADC ਹੈਗਾ, ਤੁਸੀਂ ਐਜ਼ ADC ਜੇ ਖੁਸ਼ ਹੈ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਆਪਣੇ ਆਪ ਸੈਟਿਸਫਾਈਡ ਹੈ। ਪਰ ਕੁਝ ਬੰਦੇ ਦੇਖੇ ਮੈਂ ਆਪਣੇ ਕੋਲੀਗਸ ਜਿਹੜੇ ਹੁੰਦੇ ਸੀ, ਉਹਨੇ ਕਹਿਣਾ ਵੀ ਇਹ ਬੰਦਾ ਜਿਹੜਾ ਹੈਗਾ ਇਹ ਜੂਨੀਅਰ ਅਫੀਸਰ ਮੇਰੀ ਰਿਸਪੈਕਟ ਨਹੀਂ ਕਰਦਾ, DC ਦੀ ਕਰ ਰਿਹਾ। ਸਪੋਜ਼ ਮੇਰਾ ਸੀਨੀਅਰ ਕੋਈ ਹੈੱਡ ਆਫ ਦਾ ਡਿਪਾਰਟਮੈਂਟ ਹੈ, ਉਹਦੇ ਕਰ ਰਿਹਾ, ਆਪਾਂ ਨਹੀਂ ਸਮਝਦਾ। ਉਹਨੇ ਬੜਾ ਹੱਸ ਕੇ ਕਹਿਣਾ, ਕਹਿੰਦਾ ਇਹ ਬਾਪੂ ਕੋਲੇ ਜਾਂਦੇ, ਸਾਨੂੰ ਚਾਚਾ ਵੀ ਨਹੀਂ ਸਮਝਦੇ ਜੀ। ਤੇ ਮੈਨੂੰ ਇਹੋ ਜਿਹੀ ਕੋਈ ਫੀਲਿੰਗ ਨਹੀਂ ਸੀ। ਕਈ ਵਾਰੀ
ਇੱਕ ਇਹੋ ਜਿਹਾ ਕੰਮ ਆਇਆ, ਕਿਸੇ ਨੇ ਫਾਈਲ ਆਈ ਮੇਰੇ ਕੋਲ ਤੇ ਮੈਂ ਨੰਬਰ 2 ਤੇ ਕੰਮ ਕਰ ਰਿਹਾ ਸੀ, ਨੰਬਰ 1 ਨੂੰ ਫਾਈਲ ਭੇਜਣੀ ਸੀ। ਉਹ ਮੈਨੂੰ ਜਦੋਂ ਮੈਂ ਫਾਈਲ ਉਹਨੇ ਮੈਂ ਮੰਗੀ, ਮੈਂ ਫਾਈਲ ਭੇਜਤੀ। ਉਸ ਬੰਦੇ ਦਾ ਕੋਈ ਅੰਡਰਸਟੈਂਡਿੰਗ ਉਸ ਨਾਲ ਹੋਣੀ ਹੈ ਉੱਪਰ, ਬਟ ਜਦੋਂ ਫਾਈਲ ਭੇਜੀ ਤਾਂ ਬਾਹਰ ਵੇਟ ਕਰ ਰਿਹਾ ਸੀ, ਉਹ ਅੰਦਰ ਆਇਆ ਜੀ। ਤਾਂ ਇਹ ਕਹਿੰਦਾ ਸਰ ਤੁਹਾਡੀ ਜਿਹੜੀ ਜਗ੍ਹਾ 'ਤੇ ਪਹਿਲਾਂ ਬੰਦਾ ਬੈਠਦਾ, ਅਸੀਂ ਉਹਨੂੰ ਕੁਛ ਨਾ ਕੁਛ ਕੰਪਨਸੇਟ ਕੁਛ ਦਿੰਦੇ ਸੀ। ਸਰ ਮੈਂ ਕਿਹਾ ਵੀ ਉਹ ਵੱਡੇ ਸਾਹਿਬ ਦੇ ਨੇੜੇ ਜੇ ਪੌੜੀਆਂ, ਉੱਥੇ ਉੱਤਰ ਜਾ, ਚਲਾ ਜਾ ਜੀ। ਤੇ ਉੱਥੇ ਪੌੜੀਆਂ, ਉੱਥੇ ਉਹਨਾਂ ਦਾ ਆਫਿਸ, ਤੈਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ, ਮੈਂ ਤਾਂ ਭੇਜਤੀਆਂ। ਬਟ ਉਸ 'ਚ ਮੈਨੂੰ ਲੱਗਿਆ ਕਿ ਜਿਹੜੇ ਉਹ ਮੇਰਾ ਸੀਨੀਅਰ ਸੀ, ਉਹ ਸਾਰੀ ਜ਼ਿੰਦਗੀ ਮੇਰਾ ਰਿਗਾਰਡ ਕਰਦਾ ਰਿਹਾ, ਬਜਾਏ ਦੇ ਮੈਂ ਉਹਨੂੰ ਕਹਾਂ ਤੂੰ ਦਫਾ ਹੋ ਜਾਓ, ਇਹ ਕੀ ਕਰਨਾ, ਇਹ ਕਰਨਾ। ਫੂਡ ਐਂਡ ਸਪਲਾਈਜ਼ 'ਚ ਆਇਆ ਸੀ ਮੈਂ, ਫੂਡ ਐਂਡ ਸਪਲਾਈਜ਼ ਦੇ ਵਿੱਚ ਆ ਕੇ ਡਾਇਰੈਕਟਰ ਲੱਗਿਆ ਪਹਿਲਾਂ। ਤਾਂ ਡਾਇਰੈਕਟਰ ਦੇ ਵਿੱਚ ਲੋਕਾਂ ਨੂੰ ਇਹ ਸੀ ਵੀ ਇਹ 60 ਕਰੋੜ ਬੋਰੀ ਹੈ, ਰੁਪਈਆ ਬੋਰੀ ਲੈਂਦਾ, ਪਤਾ ਨਹੀਂ ਕੀ ਅਮੀਰ ਹੋ ਜਾਊਗਾ ਜੀ। ਤੇ ਇਹੋ ਜਿਹੀ ਕੋਈ ਗੱਲ ਨਹੀਂ ਸੀ, ਕਿਉਂਕਿ ਗਵਰਨਮੈਂਟ ਆਫ ਇੰਡੀਆ ਨੂੰ ਪੈਸੇ ਜਮ੍ਹਾਂ ਹੋ ਜਾਂਦੇ ਸੀਗੇ, ਸਾਡਾ ਕੋਈ ਧਿਆਨ ਨਹੀਂ ਸੀ। ਆ ਇੱਕ ਪਰਚੇਸਿਸ ਹੁੰਦੀਆਂ, ਇੱਕ ਗੰਨੀ ਥੱਲੇ ਡਨੇਜ ਵਾਸਤੇ ਨਾ ਕ੍ਰੇਟਸ, ਵੁਡਨ ਕ੍ਰੇਟਸ ਖਰੀਦਦੇ ਸੀ ਜੀ। ਉਹ ਕੋਈ ਸਟੈਂਡਰਡਾਈਜ਼ ਨਹੀਂ ਹੁੰਦੇ, ਜਿਸ ਸਟੈਂਡਰਡ ਦੇ ਉਸਦੇ ਮਿਲਦੇ ਨਹੀਂ। ਉਹ ਸਟੈਂਡ ਜਦੋਂ ਵੀ ਉਹ ਹੋਣੇ ਆ, ਉਹਦੀ ਹਰ ਸਾਲ ਖਰੀਦਣਾ, ਹਰ ਸਾਲ ਉਹਦੀ ਵਿਜੀਲੈਂਸ ਇਨਕੁਆਇਰੀ ਹੁੰਦੀ ਸੀ ਜੀ। ਤੇ ਵਿਜੀਲੈਂਸ ਨੂੰ ਟੈਕਲ ਕਰਨ ਵਾਲੇ ਬੰਦੇ ਉਵੇਂ ਹੁੰਦੇ ਹੈਗੇ ਆ। ਬਟ ਫਸਟ ਟਾਈਮ ਆਇਆ, ਫਸਟ ਟਾਈਮ ਜੇ ਟੈਂਡਰ ਹੋਏ, ਟੈਂਡਰ ਅਪਰੂਵ ਕੀਤੇ, ਉਸ ਤੋਂ ਬਾਅਦ ਉਹਨਾਂ ਦਾ ਇੱਕ ਬੰਦਾ ਆਇਆ ਕਿ ਅਸੀਂ ਜੀ ਆਹ ਗਰੁੱਪ ਹੈਗਾ, ਅਸੀਂ ਇਹ ਜਿਹੜੇ ਕ੍ਰੇਟਸ ਹੈਗੇ ਉਹਨਾਂ ਵਾਸਤੇ ਕੁਛ ਨਾ ਕੁਛ ਕੰਟਰੀਬਿਊਟ ਕਰਦੇ ਹੁੰਦੇ ਆ। ਮੈਂ ਕਿਹਾ ਮੇਰੇ ਕੋਲ ਬਸ ਵਾਪਸ ਨਹੀਂ ਆਉਣਾ ਸੀ, ਤੁਸੀਂ ਥੋੜ੍ਹਾ ਕੰਮ ਜੋ ਕਰਦਾ ਕਰੀਓ। ਤੁਸੀਂ ਜੇ ਤੁਸੀਂ ਉਹਨਾਂ ਦੇ ਮਗਰ ਪੈ ਕੇ ਜਾਓਗੇ ਨਾ, ਵੀ ਮਤਲਬ ਅਫਸਰ ਦੇ ਵਿੱਚ 2-3 ਕਿਸਮ ਦੇ ਅਫਸਰ ਦੇਖੇ। ਇੱਕ ਬੰਦਾ ਜਿਵੇਂ ਮੈਂ ਕਹਤਾ ਵੀ ਤੂੰ ਜਾ ਮੇਰੇ ਕਮਰੇ 'ਚ, ਬਸ ਮੈਂ ਨਹੀਂ ਕੁਛ ਕਰਨਾ। ਇੱਕ ਬੰਦਾ ਕਹਿੰਦਾ ਵੀ ਤੂੰ ਮੇਰੇ ਕਮਰੇ 'ਚ ਬਾਹਰ ਕੱਢ ਕੇ ਆਉਣਾ ਤੈਨੂੰ ਮੈਂ। ਇੱਕ ਬੰਦਾ ਕਹਿੰਦਾ ਵੀ ਤੈਨੂੰ ਮੈਂ ਪੌੜੀਆਂ ਉਤਾਰ ਕੇ ਕੁੱਟਦਾ ਜਾਊਂਗਾ ਜੀ। ਤੀਜਾ ਕਹਿੰਦਾ ਤੈਨੂੰ ਘਰ ਤੱਕ ਕੁੱਟਦਾ ਜਾਊਂਗਾ। ਸੋ ਮੇਰਾ ਸ਼ਾਂਤੀ ਰਹੀ ਆਪਣੇ ਆਪ ਨਾਲ, ਕਾਮ ਕਿਸਮ ਦੇ ਇਨਸਾਨ ਰਹੇ। ਇੱਥੇ ਆ ਗਿਆ ਕਹਿਤਾ ਔਰ ਮੈਨੂੰ ਵੀ ਪਤਾ ਜੀ। ਕਿਸੇ ਬੰਦੇ ਨੇ ਇਹ ਵੀ ਕੀਤਾ ਕਿ ਤੁਸੀਂ ਜੇ ਮੇਰਾ ਕੰਮ ਕਰਤਾ ਤੇ ਮੇਰੇ ਕੋਲੇ ਬਹੁਤ ਅਪਰੋਚ ਹੈ, ਤੁਸੀਂ ਮੈਨੂੰ ਦੱਸੋ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ। ਮੈਂ ਕਿਹਾ ਅੱਜ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਜਦ ਮੈਨੂੰ ਲੋੜ ਹੋਊਗੀ ਉਸ ਦਿਨ ਰੱਬ ਦਾ ਬੰਦਾ ਕੋਈ ਖੜਾ ਹੋਊਗਾ ਜੀ। ਔਰ ਮੇਰਾ ਕਦੇ ਕੰਮ ਰੁਕਿਆ ਨਹੀਂ। ਉਦੋਂ ਕੋਈ ਬੰਦਾ ਆਊਗਾ, ਮੈਨੂੰ ਨਹੀਂ ਪਤਾ ਉਹ ਕੌਣ ਆਊਗਾ, ਤੇ ਤੂੰ ਕਿੱਥੇ ਹੋਏਗਾ ਮੈਨੂੰ ਨਹੀਂ ਪਤਾ। ਜੇਕਰ ਤੁਸੀਂ ਕਿਸੇ ਦੀ ਹੈਲਪ ਨਹੀਂ ਕਰਦੇ ਉਸ ਦੇ ਕਹੇ ਮੁਤਾਬਿਕ ਜਾਂ ਉਸ ਦੀ ਦਿੱਤੀਆਂ ਆਫਰਸ ਨੂੰ ਠੁਕਰਾ ਦਿੰਦੇ ਹੋ, ਤਾਂ ਕਈ ਵਾਰੀ ਉਹਨੇ ਅਪੋਜ਼ ਕਰਨ ਦੀ ਕੋਸ਼ਿਸ਼ ਕੀਤੀ। ਯੈਸ, ਹੁੰਦੇ ਕਈ ਵਾਰੀ ਸੀਐਮ ਤੱਕ ਕੰਪਲੇਂਟ ਕਰਦੇ ਰਹੇ ਆ ਕਈ ਬੰਦੇ ਵੀ ਜੀ ਕੰਮ ਨਹੀਂ ਕਰਦਾ। ਇਲੈਕਸ਼ਨ ਪਟੀਸ਼ਨ ਹੈ, ਇਲੈਕਸ਼ਨ ਵਾਲੇ ਬੰਦੇ ਸਹੀ ਜਿੱਤੇ ਹੋਏ ਆ ਜੀ, ਉਹ ਬੰਦਿਆਂ ਦੀ ਇਲੈਕਸ਼ਨ ਸਹੀ ਹੋਈ ਆ, ਬਟ ਅਕਾਲੀ ਹੈਗੇ ਤੇ ਕਾਂਗਰਸ ਵਾਲੇ ਕਹਿੰਦੇ ਜਿਹਨੂੰ ਤੁਸੀਂ ਇਲੈਕਸ਼ਨ ਨੂੰ ਸੈਟ ਅਸਾਈਡ ਕਰੋ ਜੀ। ਸੋ ਕਿਸੇ ਨੇ ਉਹਨੂੰ ਦੱਸਤਾ ਵੀ ਇਹ ਤੋਂ ਕਰਾ ਲਓ ਜੀ। ਉਹ ਮੇਰੇ ਕੋਲ ਆਉਂਦੇ ਰਹੇ, ਮੈਂ ਕਿਹਾ ਮੇਰੇ ਕੋਲ ਆਇਆ ਤੇ ਮੈਂ ਮਿਨਿਸਟਰ ਦੇ ਰਾਹੀਂ ਆਇਆ। ਮੈਂ ਮਿਨਿਸਟਰ ਨੂੰ ਕਹਿਤਾ ਜੀ ਇਹਦੇ ਵਿੱਚ ਕੋਈ ਫਾਲਟ ਨਹੀਂ ਹੈਗਾ, ਤੇ ਇਹਨਾਂ ਬੰਦਿਆਂ ਨੂੰ ਜਿਹੜੇ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਇਲੈਕਟ ਹੋਇਆ, ਮੈਂ ਇਹਨਾਂ ਦਾ ਕੁਝ ਨਹੀਂ ਕਰ ਸਕਦਾ ਇਲੈਕਸ਼ਨ ਪਟੀਸ਼ਨ ਦੇ ਵਿੱਚ। ਉਹ ਕਹਿੰਦੇ ਇਲੈਕਸ਼ਨ ਜਾਂ ਜਨਰਲ ਇਲੈਕਸ਼ਨ ਲੰਘਾ ਦਿਓ। ਬਟ ਅਲਟੀਮੇਟਲੀ ਜਦੋਂ ਬਹੁਤ ਦੇਰ ਹੋ ਗਈ ਤੇ ਮੈਂ ਫੈਸਲਾ ਕਰਤਾ ਵੀ ਇਲੈਕਸ਼ਨ 'ਚ ਕੁਛ ਗੜਬੜ ਨਹੀਂ ਹੋਈ ਜੀ। ਉਹਨਾਂ ਨੇ ਸੀਐਮ ਜਾ ਕੇ ਕਹਿਤਾ, ਉਸ ਐਮਐਲਏ ਦੇ ਮਿਨਿਸਟਰ ਨੇ ਰਲ ਕੇ। ਸੀਐਮ ਤੇ ਮਿਨਿਸਟਰ ਸਾਹਿਬ ਮੈਨੂੰ ਕਹਿੰਦੇ ਵੀ ਤੁਸੀਂ ਉਹ ਫੈਸਲਾ ਨਹੀਂ ਦਾ ਕੀ ਸਟੇਟਸ ਹੈ। ਤਾਂ ਮੈਂ ਪਹਿਲਾਂ ਸੋਚਿਆ ਵੀ ਸੀਐਮ ਸਾਹਿਬ ਨੂੰ ਕਿੰਨੀ ਇਨਫੋਰਮੇਸ਼ਨ ਹੈ ਜੀ। ਮੈਂ ਕਿਹਾ ਸਰ ਹਾਂਜੀ ਉਂਝ ਕਰਦਾ ਰਿਹਾ। ਜਦੋਂ 2-3 ਵਾਰੀ ਸਿੱਧਾ ਹੋ ਗਿਆ ਵੀ ਹੋਇਆ ਕੀ ਹੈ, ਮੈਂ ਕਿਹਾ ਮੈਂ ਫੈਸਲਾ ਕਰਤਾ। ਕਹਿੰਦੇ ਕਿਵੇਂ ਕਰਤਾ ਤੂੰ? ਮੈਂ ਕਿਹਾ ਜੀ ਜੋ ਫੈਕਟਸ ਤੇ ਕਰਤਾ। ਇਹ ਕਹਿੰਦੇ ਡਿਫਾਲਟਰ ਸੀ, ਉਹ ਡਿਫਾਲਟਰ ਨਹੀਂ ਹੈਗੇ ਸੀ। ਕੀ ਕਰਤਾ? ਮੈਂ ਕਿਹਾ ਜੀ ਉਹ ਇਲੈਕਸ਼ਨ ਠੀਕ ਠਾਕ ਹੋਇਆ। ਕਹਿੰਦੇ ਦਿਸ ਇਜ਼ ਆਵਰ ਗਵਰਨਮੈਂਟ, ਹਾਊ ਕੈਨ ਯੂ ਡਿਸਾਈਡ ਅਗੇਂਸਟ ਆਵਰ ਗਵਰਨਮੈਂਟ। ਮੈਂ ਦਿੱਲੀ ਜਾ ਕੇ ਤੇਰੇ ਨਾਲ ਗੱਲ ਕਰੂੰਗਾ, ਕਮ ਟੂ ਮੀ। ਉਹ ਬੰਦੇ ਜਿਹੜੇ ਪਿੱਛੇ ਕਈਆਂ ਸੀ ਆਪਣੇ ਹੀ ਉਲਟ ਕਰਤਾ, ਜੇ ਕਰਤਾ। ਬਟ ਨੈਕਸਟ ਜਦੋਂ ਅਪੁਆਇੰਟਮੈਂਟ ਮਿਲਦੀ ਸੀਗੀ ਤੇ ਮੈਂ ਰਜਿਸਟਰਾਰ ਕੋਆਪਰੇਟਿਵ ਦੇ ਵਿੱਚ ਕਾਫੀ ਰਿਹਾ। ਕੋਆਪਰੇਟਿਵ ਵਿੱਚ ਬੜੇ ਚੰਗੇ ਬੰਦੇ ਰਜਿਸਟਰਾਰ ਰਹੇ, ਸੁਰੇਸ਼ ਕੁਮਾਰ, ਰਮੇਸ਼ਿੰਦਰ ਸਿੰਘ, ਇਹ ਸਭ ਮੇਰੇ ਨਾਲ ਮਤਲਬ ਕੰਮ ਕਰਨ ਕਰਕੇ ਤੇ ਮੇਰੀ ਨੇਚਰ ਨੂੰ ਜਾਣਦੇ ਸੀ ਜੀ। ਸੋ ਇਹਨਾਂ ਦੀ ਹੈਲਪ ਮੈਨੂੰ ਕੋਈ ਸੀਐਮ ਜੇ ਬਾਦਲ ਸਾਹਿਬ ਹੁੰਦੇ ਸੀ, ਆਰ ਆਈ ਸਿੰਘ ਉਹ ਤਕਰੀਬਨ ਪ੍ਰਿੰਸੀਪਲ ਸੈਕਟਰੀ ਰਹੇ, ਇੱਧਰ ਸੁਰੇਸ਼ ਕੁਮਾਰ ਰਹੇ। ਉਹ ਐਮਐਲਏ ਜਿਹੜਾ ਸੀ ਤੇ ਮਿਨਿਸਟਰ ਸੀ, ਉਹ ਮੇਰੀ ਅਪੁਆਇੰਟਮੈਂਟ ਜਾ ਕੇ ਸੀਐਮ ਤੋਂ ਫਿਕਸ ਕਰਾਇਆ ਹੋਇਆ ਸੀ ਵੀ ਇਹਨੂੰ ਕਾਲ ਹਿਮ ਐਟ ਦਿਸ ਟਾਈਮ, ਇਸ ਵੇਲੇ ਬੁਲਾ ਲਓ। ਤੇ ਮੈਂ ਆਪਦੇ ਅਫਸਰ ਨੂੰ ਦੱਸਦਾ ਸੀ ਮੈਨੂੰ ਬੁਲਾ ਲਿਆ, ਤੇ ਉਹ ਅਪੁਆਇੰਟਮੈਂਟ ਕੈਂਸਲ ਕਰਾ ਦਿੰਦੇ ਸੀ ਵੀ ਇਹਦੀ ਕੋਈ ਲੋੜ ਨਹੀਂ। ਸੋ 3 ਵਾਰੀ ਕਰਾ ਕੇ ਉਹਨਾਂ ਨੇ ਕਹਿਤਾ ਜੀ ਮਿਨਿਸਟਰ ਨੂੰ ਭੇਜ ਦਿਓ। ਤੇ ਬਾਈ ਦੈਟ ਟਾਈਮ ਉਹ ਮਿਨਿਸਟਰ ਵੀ ਬਦਲ ਕੇ ਕੋਈ ਦੂਜਾ ਲੱਗ ਗਿਆ। ਦੂਜੇ ਮਿਨਿਸਟਰ ਨੂੰ ਕਹਿਤਾ ਵੀ ਇਹ ਤੇਰਾ ਇਹਨੇ ਕੁਝ ਨਹੀਂ ਕਰਨਾ, ਉਹ ਤਾਂ ਅਪੀਲ ਕਰਨੀ ਕਰਨਾ। ਸੋ ਇੱਕ ਇੰਟੈਲੈਕਚੁਅਲ ਗੇਮ ਵੀ ਹੈ। ਹਾਂ, ਤੁਹਾਨੂੰ ਸਮਾਰਟਲੀ ਉਹਨਾਂ ਚੀਜ਼ਾਂ ਚੋਂ ਲੰਘਣਾ ਪੈਂਦਾ ਹੈ। ਜੋ ਸੀਐਮ ਕਾਲ ਕਰਦਾ ਤੁਹਾਨੂੰ ਉਸ ਦਾ ਡਿਫੈਂਸ ਵਾਸਤੇ ਬਿਲਕੁਲ ਨੋਟ ਤਿਆਰ ਕਰਕੇ ਰੱਖਣੇ ਪੈਂਦੇ ਕਿ ਜੇ ਮੈਨੂੰ ਕਹੂਗਾ ਤੇ ਸੇ ਜਿਵੇਂ
ਮਤਲਬ ਅਮਰਿੰਦਰ ਸਿੰਘ ਸੀ, ਇਹਨਾਂ ਬਾਰੇ ਵੀ ਹੋਇਆ, ਸੀਐਮ ਸਾਹਿਬ ਬਾਦਲ ਸਾਹਿਬ ਵੇਲੇ ਵੀ ਕੋਈ ਕਿਸੇ ਬੰਦੇ ਨੇ ਕਹਿਤਾ ਵੀ ਇਹ ਆਹ ਕਰਤਾ, ਮੈਨੂੰ ਕਹਿੰਦੇ ਤੈਨੂੰ ਕਿਸੇ ਨੇ ਬਚਾਉਣਾ ਨਹੀਂ, ਸ਼ਾਮ ਨੂੰ ਤੈਨੂੰ ਮੈਂ ਬਾਹਰ ਜਾ ਕੇ ਆਉਣਾ, ਸ਼ਾਮ ਨੂੰ ਆਈ ਤੂੰ। ਸ਼ਾਮ ਨੂੰ ਜੋ ਆਏ ਉਹ 'ਚ ਮੈਂ ਜੋ ਕੀਤਾ ਸੀ ਐਕਸਪਲੇਨ ਕਰਤਾ ਵੀ ਆਹ ਹੈਗਾ, ਮੇਰਾ ਇਹਦੇ 'ਚ ਕੁਝ ਨਹੀਂ ਹੈਗਾ ਜੀ। ਔਰ ਇਹਨੂੰ 2 ਵਾਰੀ ਫਿਰ ਕਹਿੰਦੇ ਠੀਕ ਹੈ। ਮਤਲਬ ਤੁਸੀਂ ਆਪਦਾ ਪਰਸਨਲ, ਜੇ ਤੁਸੀਂ ਮਤਲਬ ਮੈਂ ਫੂਡ ਸਪਲਾਈ 7 ਸਾਲ ਲੱਗ ਗਏ, ਜੇ ਮੈਂ ਕਹਾਂ ਮੇਰਾ ਸ਼ੈਲਰ ਹੈ ਜਾਂ ਮੈਂ ਗਡਾਊਨ ਬਣਾ ਲਿਆ, ਮੈਂ ਇਹ ਕਰ ਲਿਆ, ਤਾਂ ਮੇਰੇ ਪੋਲੀਟੀਸ਼ਨ ਕਲਚਰ ਸਾਹਿਬ ਹੋਣਗੇ ਵੀ ਗਰੇਵਾਲ ਸਾਹਿਬ ਦਾ ਉਹ ਸ਼ੈਲਰ ਹੈ ਜੀ, ਤੁਹਾਡਾ ਸਾਡਾ ਵੀ ਉਹੀ ਹੈ ਜੀ। ਸੋ ਮੇਰਾ ਪਰਸਨਲ ਮਤਲਬ ਜੇ ਸ਼ੁਰੂ 'ਚ ਮੈਂ ਕੋਆਪਰੇਟਿਵ ਦੇ ਵਿੱਚ ਰਿਹਾ, ਉਹਦੇ ਵਿੱਚ ਸੀਗਾ ਕਿ ਤੁਸੀਂ ਜਿਹੜਾ ਅਫਸਰ ਜਾਂ ਉਹਦਾ ਪ੍ਰੈਜ਼ੀਡੈਂਟ ਆ, ਉਹਦਾ ਪੈਰਲਲ ਬਿਜ਼ਨਸ ਨਹੀਂ ਹੋਊਗਾ। ਜੇ ਉਹ ਮਿਲਕ ਸੁਸਾਇਟੀ ਦਾ ਹੈ ਤਾਂ ਉਹ ਕੋਈ ਦੁੱਧ ਹੀ ਨਹੀਂ ਹੋਊਗਾ, ਜੇ ਠੇਕੇਦਾਰੀ ਵਾਲੀ ਸੁਸਾਇਟੀ ਹੈ ਠੇਕੇਦਾਰ ਨਹੀਂ ਹੋਊਗਾ ਜੀ। ਬਟ ਉਹ ਜਿਸ ਤੁਸੀਂ ਜੋਬ ਨਾਲ ਕੰਮ ਕਰ ਰਹੇ ਹੋ, ਜਿਸ ਜੋਬ ਦੇ ਵਿੱਚ ਤੁਸੀਂ, ਉਸ ਜੋਬ ਦੇ ਵਿੱਚ ਤੁਸੀਂ ਉਸ ਦੇ ਨਾਲ ਕੋਈ ਥੋੜ੍ਹਾ ਇਕਨੋਮਿਕ ਇੰਟਰਸਟ ਜਾਂ ਕਿਸੇ ਬੱਚੇ ਦਾ ਕਿਸੇ ਦਾ ਕੋਈ ਨਾ ਰਹੋ, ਤਾਂ ਫਿਰ ਤੁਹਾਨੂੰ ਕਿਸੇ ਚੀਜ਼ ਦਾ ਕੋਈ ਬੰਦਾ ਤੁਹਾਨੂੰ ਡਰਾ ਨਹੀਂ ਸਕਦਾ। ਸਾਡੀ ਸੁਸਾਇਟੀ ਦੀ ਇਹ ਤਰਾਸਦੀ ਰਹੀ ਹੈ ਕਿ ਅਸੀਂ ਡਿਸਕਸ਼ਨ ਵਿੱਚ ਨਹੀਂ, ਡਿਬੇਟ ਦੇ ਵਿੱਚ ਯਕੀਨ ਰੱਖਦੇ ਹਾਂ। ਜਾਂ ਸਾਡੇ ਨਾਲ ਕਈ ਵਾਰ ਕੁਝ ਵੈਲ ਆਫ ਲੋਕ ਆ ਜਾਂਦੇ ਹਨ ਜਿਨ੍ਹਾਂ ਦੇ 2 3 4 ਨੰਬਰ ਦੇ ਕੁਝ ਬਿਜ਼ਨੈਸਿਸ ਹੁੰਦੇ ਆ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਤੁਸੀਂ ਜੇਕਰ ਉਹਨਾਂ ਦਾ ਕੰਮ ਨਹੀਂ ਕਰ ਰਹੇ, ਫਿਰ ਉਹ ਤੁਹਾਡੇ ਨਾਲ ਖੁੰਦਕ ਖਾਣ ਲੱਗ ਜਾਂਦੇ ਆ। ਔਰ ਤੁਸੀਂ ਬਹੁਤ ਬਾਖੂਬੀ ਇਹਨਾਂ ਚੀਜ਼ਾਂ ਨੂੰ ਬਿਆਨ ਵੀ ਕੀਤਾ। ਮੇਰਾ ਅਗਲਾ ਸਵਾਲ ਵੀ ਇਸ ਮੁਤਲਕ ਹੀ ਹੈ ਕਿ ਕੀ ਤੁਹਾਨੂੰ ਕਦੇ ਇਸ ਤਰ੍ਹਾਂ ਨਾ ਕਰਨ ਦੇ ਸੰਬੰਧ ਵਿੱਚ ਧਮਕੀਆਂ ਵੀ ਮਿਲੀਆਂ, ਉੱਥੇ ਆ ਜੀ ਜਾਂ ਅੱਜ ਤੂੰ ਘਰੇ ਵਾਪਸ ਨਹੀਂ ਘਰ ਜਾਏਗਾ ਸਹੀ ਸਲਾਮਤ, ਲਾਈਕ ਦੈਟ? ਨਹੀਂ, ਇਹੋ ਜਿਹੀ ਥ੍ਰੈਟ ਤਾਂ ਨਹੀਂ, ਬਸ ਕਿਸੇ ਨੇ ਆ ਕੇ ਕਹਿਣਾ ਤੁਹਾਡੇ ਦਫ਼ਤਰ ਅੱਗੇ ਸੀ ਜੀ ਉਹ ਅਰਥੀ ਫੂਕ ਮੁਜ਼ਾਹਰਾ ਕਰਾਂਗੇ, ਉਹ ਹੋ ਜਾਂਦਾ ਸੀ ਜੀ। ਦੈਨ ਇੱਕ ਦੀ ਵਾਰ ਇਹ ਸੀਗਾ ਕਿ ਮੇਰੇ ਕਿਸੇ ਬੌਸ ਸੀ ਜਿਹੜਾ ਸ਼ਾਰਟ ਟੈਂਪਰਡ ਸੀਗਾ, ਤੇ ਉਹ ਬੰਦਾ ਮੈਨੂੰ ਕਹਿੰਦਾ ਜੀ, ਕੋਈ ਐਮਐਲਏ ਸੀ, ਕਹਿੰਦਾ ਤੁਸੀਂ ਇਲੈਕਸ਼ਨ ਪੋਸਟਪੋਨ ਕਰਾ ਦਿਓ। ਮੈਂ ਕਿਹਾ ਜੀ ਇਲੈਕਸ਼ਨ ਸਟਾਰਟ ਹੋ ਜਾਏ, ਅਸੀਂ ਪੋਸਟਪੋਨ ਨਹੀਂ ਕਰਾਉਂਦੇ। ਉਹ ਕਹਿੰਦਾ ਜੀ ਕਰ ਦਿਓ। ਦੈਨ ਡਿਸਾਈਡ ਕੀਤਾ ਜੀ ਕਿਸੇ ਨਾ ਕਿਸੇ ਤਰੀਕੇ ਤੁਸੀਂ ਕਰ ਦਿਓ ਜੀ। ਕਦੀ ਕਦੀ ਕਰਦੇ, ਮੈਂ ਜੇ ਮੈਨੂੰ ਸੀਨੀਅਰ ਉੱਪਰੋਂ ਕਹਿੰਦੇ ਤਾਂ ਮੈਂ ਕਈ ਵਾਰੀ ਕਰਨਾ ਪੈ ਜਾਂਦਾ, ਮੈਂ ਨਹੀਂ ਕਰਦਾ। ਉਹ ਬੰਦਾ ਮੇਰੇ ਬੌਸ ਕੋਲ ਚਲਾ ਗਿਆ, ਉਹ ਕਹਿੰਦਾ ਪੋਸਟਪੋਨ ਕਰ ਦੇ। ਮੈਂ ਕਿਹਾ ਨਹੀਂ, ਕਹਿੰਦਾ ਤੂੰ ਮੇਰੇ ਪਿੱਛੇ ਕਿਉਂ ਲਾਇਆ ਹੈ ਬੰਦਾ, ਐਮਐਲਏ ਮੇਰੇ ਕੋਲ ਕਿਉਂ ਬਿਠਾਇਆ ਹੋਇਆ ਜੀ। ਤਾਂ ਮੈਂ ਕਿਹਾ ਮੈਂ ਕੀ ਕਰ ਸਕਦਾ, ਇਲੈਕਸ਼ਨ ਦਾ ਪੋਸਟਪੋਨ ਕਰਨਾ? ਨਹੀਂ, ਕਹਿੰਦਾ ਯੂ ਵਿਲ ਡੂ ਇਟ। ਤੇ ਮੈਂ ਕਿਹਾ ਜੀ ਫਿਰ ਕੱਲ੍ਹ 9 ਵਜੇ ਮੀਟਿੰਗ ਤੁਹਾਡੀ ਰੱਖੀ ਆ, ਮੈਂ ਫਿਰੋਜ਼ਪੁਰ ਤੋਂ ਨਾ ਆਵਾਂ ਜੀ? ਕਹਿੰਦਾ ਜੀ ਤੂੰ ਮੀਟਿੰਗ 'ਤੇ ਵੀ ਆਏਗਾ ਅਤੇ ਪੋਸਟਪੋਨ ਵੀ ਕਰੇਗਾ। ਫਿਰ ਮੈਨੂੰ ਆਪ ਹੀ ਕਿਸੇ ਦੀ ਐਪਲੀਕੇਸ਼ਨ ਲੈਣੀ ਪਈ, ਰਾਤੇ ਰਾਤ ਉਹ 'ਤੇ ਪੋਸਟਪੋਨ ਕਰਨਾ ਪਿਆ ਇਲੈਕਸ਼ਨ। ਮੈਂ ਕਿਹਾ ਜੀ ਕਰਾਂਗਾ ਵੀ ਦੁਬਾਰਾ ਫਿਰ ਹੋ ਜਾਊਗਾ, ਅਤੇ ਅਗਲੇ ਦਿਨ ਆ ਕੇ ਮੀਟਿੰਗ ਵੀ ਅਟੈਂਡ ਕਰਨੀ ਪਈ। ਮਤਲਬ ਕਈ ਵਾਰੀ ਇਸ ਤਰ੍ਹਾਂ ਜੀ ਇਹੋ ਜਿਹੀ ਸਿਚੁਏਸ਼ਨ ਕੁਝ ਕੁ ਲੋਕਾਂ ਦੇ ਹੱਥ ਦੇ ਵਿੱਚ ਕਮਾਂਡ ਜਾਣ ਦੇ ਨਾਲ ਆਮ ਜਨਤਾ ਜਿਹੜੀ ਹੈ ਉਹ ਪਰੇਸ਼ਾਨ ਹੁੰਦੀ ਰਹਿੰਦੀ ਹੈ। ਜੋ ਹੁਣ ਦਾ ਸਿਨੈਰੀਓ ਵੀ ਇਸੇ ਤਰ੍ਹਾਂ ਚੱਲ ਰਿਹਾ ਹੈ ਕਿ ਕੁਝ ਕੁ ਬੇਲਗਾਮ ਚੀਜ਼ਾਂ ਦੇ ਕਾਬੂ 'ਚ ਨਾ ਹੋਣ ਕਰਕੇ ਜਿਹੜਾ ਆਵਾਮ ਹੈ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਭੁਗਤਣੀਆਂ ਪੈਂਦੀਆਂ। ਤੁਹਾਡੇ ਗ੍ਰੈਂਡਸਨ ਦਾ ਕਿੱਸਾ, ਜਦੋਂ ਹਕੂਮਤਾਂ ਤੁਹਾਡੀ ਮਜਬੂਰੀ ਨੂੰ ਨਹੀਂ ਸਮਝਦੀਆਂ, ਉਹ ਬੀਇੰਗ ਆਫਿਸਰ ਹੀ ਤੁਹਾਨੂੰ ਦੇਖਦੇ ਆ, ਉਹ ਭੁੱਲ ਜਾਂਦੇ ਆ ਕਿ ਤੁਸੀਂ ਇੱਕ ਫੈਮਿਲੀ ਪਰਸਨ ਹੋ ਔਰ ਤੁਹਾਡੀ ਫੈਮਿਲੀ ਦੇ ਸੰਬੰਧ ਦੇ ਵਿੱਚ ਤੁਹਾਡੀਆਂ ਵੀ ਕੁਝ ਖਾਸ ਕਿਸਮ ਦੇ ਲਗਾਵ ਨੇ ਔਰ ਰਿਸਪੌਂਸਿਬਿਲਿਟੀਜ਼ ਜੁੜੀਆਂ ਨੇ। ਉਹ ਕਿੱਸਾ ਕੀ ਸੀ? ਜਦੋਂ ਗਵਰਨਮੈਂਟ ਮਨਮੋਹਨ ਸਿੰਘ ਸੀ ਪ੍ਰਾਈਮ ਮਿਨਿਸਟਰ, ਉਸ ਵੇਲੇ ਗਵਰਨਮੈਂਟ 'ਚ ਅਸੀਂ ਰਹੇ ਹਾਂ, ਤਾਂ ਉਹਨਾਂ ਦਾ ਪੰਜਾਬ ਦੇ ਵਿੱਚ ਬੜਾ ਐਟੀਟਿਊਡ ਪੋਜ਼ਿਟਿਵ ਸੀ। ਔਰ ਪ੍ਰੋਫੈਸਰ ਥੋਮਸ ਹੈਗੇ ਸੀ ਮਿਨਿਸਟਰ, ਪਹਿਲਾਂ ਸ਼ਰਦ ਪਵਾਰ ਰਹੇ ਫੂਡ ਦੇ, ਫਿਰ ਥੋਮਸ ਸਾਹਿਬ ਰਹੇ, ਉਹਨਾਂ ਨਾਲ ਡੀਲ ਕੀਤਾ ਮੈਂ ਜੀ। ਔਰ ਮੈਂ ਨੋਰਮਲੀ ਉਹਨਾਂ ਨੂੰ ਜਿਹੜਾ ਵੀ ਉੱਥੇ ਸੈਂਟਰ 'ਚ ਕੋਈ ਡਿਗਨਿਟਰੀ ਨਵਾਂ ਜੁਆਇਨ ਕਰਦਾ, ਸੈਕਟਰੀ ਫੂਡ, CMD FCI ਜਾਂ ਮਿਨਿਸਟਰ, ਮੈਂ ਉਹਨੂੰ ਇਨਵਾਈਟ ਕਰਦਾ ਸੀ ਅੰਮ੍ਰਿਤਸਰ ਜੀ। ਸੋ ਅੰਮ੍ਰਿਤਸਰ ਆ ਕੇ ਉਹਨੂੰ ਗੋਲਡਨ ਟੈਂਪਲ ਮੱਥਾ ਟੇਕ ਲਿਆ ਜਾਂ ਉੱਧਰ ਵਾਹਗਾ ਬਾਰਡਰ ਦੇਖ ਲਿਆ, ਅਤੇ ਉਹ ਮੇਰੇ ਕੋਲ 2 ਦਿਨ ਟਾਈਮ ਲੱਗ ਜਾਂਦਾ ਸੀ ਵੀ ਇਹਨਾਂ ਕੋਲ ਜੀ ਤੁਸੀਂ ਇਹਨਾਂ ਬੰਦਿਆਂ ਨੂੰ ਤੁਸੀਂ ਰਾਤ ਨੂੰ ਉੱਥੇ ਮੀਟਿੰਗ ਦੇ ਵਿੱਚ ਥੋੜ੍ਹੀ ਐਡੀ ਗੱਲ ਨਹੀਂ ਹੋ ਸਕਦੀ ਜਿੰਨੀ ਤੁਸੀਂ ਉਹਨਾਂ ਦੇ ਕੋਲ 2 ਰਾਤਾਂ ਰਹਿ ਕੇ ਲੰਚ ਡਿਨਰ ਨਾਲ ਕਰਕੇ ਸਾਰਾ ਦਿਨ ਤੁਰ ਫਿਰ ਕੇ ਆਪਣੀਆਂ ਗੱਲਾਂ ਐਕਸਪਲੇਨ ਕਰਦੇ, ਉਹਦਾ ਫਾਇਦਾ ਕਾਫੀ ਹੋ ਜਾਂਦਾ ਸੀ। ਬਟ ਸਡਨਲੀ ਇਹ ਗਵਰਨਮੈਂਟ ਚੇਂਜ ਹੋ ਕੇ ਆ ਗਈ, ਜੇਤਲੀ ਸਾਹਿਬ ਅੰਮ੍ਰਿਤਸਰ ਤੋਂ ਇਲੈਕਸ਼ਨ ਹਾਰ ਕੇ ਗਏ ਸੀ, ਅਤੇ BJP ਗਵਰਨਮੈਂਟ ਆ ਗਈ, ਉਹ ਫਾਈਨਾਂਸ ਮਿਨਿਸਟਰ ਬਣ ਗਏ। ਔਰ ਜਿਹੜਾ ਸੈਕਟਰੀ ਸੀ ਉੱਥੇ, ਜੁਆਇੰਟ ਸੈਕਟਰੀ ਸੀ ਗਵਰਨਮੈਂਟ ਆਫ ਇੰਡੀਆ ਦਾ, ਉਹਨੇ ਸਾਨੂੰ ਲਿਮਿਟ ਅਲਾਓ ਕਰਨੀ ਸੀ। ਅਸੀਂ ਪੈਡੀ ਖਰੀਦ ਲਈ, ਲੋਕਾਂ ਤੋਂ ਝੋਨਾ ਖਰੀਦ ਲਿਆ, ਉਹਦੀ ਪੇਮੈਂਟ ਕਰਨੀਆਂ ਸੀ ਜੀ। ਉਹ ਬੈਲੈਂਸ ਪੇਮੈਂਟਸ ਪਈਆਂ ਸੀ, ਅਤੇ ਉਹਨਾਂ ਨੇ ਫਾਈਲ ਰੋਕ ਲਈ ਜੀ। ਸੋ ਮੈਂ ਜੁਆਇੰਟ ਸੈਕਟਰੀ ਕੋਲ ਗਿਆ, ਉਹ ਕਹਿੰਦੇ ਜੀ ਗਵਰਨਮੈਂਟ ਚੇਂਜ ਹੋ ਗਈ, ਆਈ ਐਮ ਸੈਂਡਿੰਗ ਇਟ ਟੂ ਦਾ ਹਾਇਰ ਲੈਵਲ, ਤੁਸੀਂ ਆਪਣਾ ਕੋਈ ਜੋ ਕਰਨਾ ਕਰ ਲਓ, ਯੂ ਕੈਨ ਗੋ ਟੂ ਐਨੀ ਲੈਵਲ। ਕਹਿੰਦਾ ਹੁਣ ਮੈਂ ਨਹੀਂ ਕਰੂੰਗਾ, ਕਿਉਂਕਿ ਗਵਰਨਮੈਂਟ ਨੂੰ ਦਿਖਾਏ ਬਿਨਾਂ ਮੈਂ ਨਹੀਂ ਕਰਦਾ। ਤਾਂ ਉਹਨੇ ਫਾਈਲ ਉੱਪਰ ਭੇਜਤੀ, ਅਤੇ ਅਸੀਂ ਉਹਨੂੰ ਫਿਰ 2-3 ਦਿਨ ਜੁਆਇੰਟ ਸੈਕਟਰੀ ਨੂੰ ਐਕਸਪਲੇਨ ਕੀਤਾ ਵੀ ਕੀ ਹੋ ਰਿਹਾ, ਵੀ ਅਸੀਂ ਕੀ ਕਰਦੇ ਹਾਂ। ਇਹ ਪੇਮੈਂਟ ਜਿਹੜੀ ਆੜਤੀਆਂ ਨੂੰ ਡਾਇਰੈਕਟ ਜਾਣੀ, ਅਸੀਂ ਟੱਚ ਵੀ ਨਹੀਂ ਕਰਨੀ। ਕਾਰਡ ਸਵਾਈਪ ਕਰਦਾ ਆੜਤੀ ਅਕਾਊਂਟ ਟ੍ਰਾਂਸਫਰ ਹੋ ਜਾਂਦੀ ਹੈ, ਵੀ ਆਰ ਨਾਟ ਹੈਂਡਲਿੰਗ ਇਟ। ਫਿਰ ਸੈਕਟਰੀ ਨੂੰ ਵੀ ਪ੍ਰੈਜੈਂਟੇਸ਼ਨ ਦਿੱਤੀ, ਜੇਤਲੀ ਸਾਹਿਬ ਨੂੰ ਵੀ ਦਿੱਤੀ ਜੀ।
ਉਸ ਪੀਰੀਅਡ 'ਚ ਇਹਨਾਂ ਨੇ ਸਾਡੇ 10-15 ਦਿਨ ਲਵਾਏ, ਜਿਹਨੂੰ ਸਾਨੂੰ ਡੇਲੀ ਜਾਣਾ ਪੈਂਦਾ ਸੀ ਅਤੇ ਹਰ ਰੋਜ਼ ਸਾਨੂੰ ਪ੍ਰੈਸ ਵਾਲੇ ਦੇਖਦੇ ਸੀ ਵੀ ਕੀ ਕਰਕੇ ਆਏ ਹੋ। ਅਸੀਂ ਰਾਤ ਨੂੰ ਹਨੇਰਾ ਕਰਕੇ ਆਉਂਦੇ ਸੀਗੇ ਜੀ, ਵੀ ਦਿਨੇ ਸਾਨੂੰ ਦੇਖ ਲੈਣਗੇ ਵਾਪਸ ਆ ਕੇ ਕੁਝ ਨਹੀਂ ਲੈ ਕੇ ਆਏ, ਕਿਉਂਕਿ ਗਵਰਨਮੈਂਟ ਨੂੰ ਕ੍ਰਿਟੀਸਾਈਜ਼ ਨਹੀਂ ਕਰ ਸਕਦੇ ਸੀ। ਬੀਜੇਪੀ ਤੇ ਅਕਾਲੀ ਦੀ ਇੱਕੋ ਹੀ ਚੀਜ਼ ਸੀ, ਪਾਰਟੀਆਂ ਦੇ ਭਾਈਵਾਲ ਸੀ, ਜਿਨ੍ਹਾਂ ਦੇ ਉਲਟ ਬੋਲਦੇ ਵੀ ਗਵਰਨਮੈਂਟ ਸਾਨੂੰ ਨਹੀਂ ਅਕੋਮੋਡੇਟ ਕਰ ਰਹੀ, ਪਰ ਸਾਨੂੰ ਉਹ ਟਾਈਮ ਬੜਾ ਔਖਾ ਸੀ। ਸੋ ਮੀਨ ਟਾਈਮ ਮੇਰੇ ਗ੍ਰੈਂਡਸਨ ਦਾ ਬਰਥ ਹੋਇਆ ਇੱਥੇ, ਅਤੇ ਉਹ ਬਰਥ ਤੋਂ ਮੈਂ ਬੜੀ ਖੁਸ਼ੀ ਗਿਆ, ਬਟ ਉਹਨਾਂ ਨੇ ਡਾਕਟਰ ਨੇ ਇਮੀਡੀਏਟਲੀ ਸਾਨੂੰ ਕਿਸੇ ਨੂੰ ਦੇਖਣ ਵੀ ਨਹੀਂ ਦਿੱਤਾ, ਅਤੇ ਐਂਬੂਲੈਂਸ ਬੁਲਾ ਕੇ ਆਕਸੀਜਨ 'ਤੇ ਲਾ ਕੇ ਅਤੇ ICU 'ਚ ਭੇਜਤਾ। ਅਸੀਂ ICU 'ਚ ਬੈਠੇ ਹੋਏ ਸੀ, ਬਟ ਉੱਧਰੋਂ ਇਹ ਕੰਮ ਚੱਲ ਰਿਹਾ ਸੀ ਦਿੱਲੀ। ਸੋ ਦਿੱਲੀ ਜਾ ਕੇ ਅਤੇ ਸਾਰਾ ਪੰਜਾਬ ਕਹਿ ਰਿਹਾ ਸੀ ਮੈਨੂੰ, ਇਹ ਪੰਜਾਬ ਗਵਰਨਮੈਂਟ ਪੈਸੇ ਕਿੱਥੋਂ ਦੇਊਗੀ। ਉਹ ਕਹਿੰਦੇ ਤੁਸੀਂ ਜਿਹੜਾ ਤੁਹਾਡਾ ਇੰਬੈਲੈਂਸ ਹੈ, ਜਿਹੜਾ ਬਾਅਦ 'ਚ ਤੁਹਾਨੂੰ 31,000 ਕਰੋੜ ਰੁਪਇਆ ਅਤੇ ਉਹਦਾ ਸਾਨੂੰ ਹਿਸਾਬ ਦੱਸੋ ਕੀ ਹੈਗਾ, ਤੁਸੀਂ ਲਿਮਿਟ ਨੂੰ ਮਿਸਯੂਜ਼ ਕਰਦੇ ਹੋ। ਸੋ ਅਸੀਂ ਉਹਨੂੰ ਐਕਸਪਲੇਨ ਕਰ ਰਹੇ ਸੀ ਵੀ ਇਹ ਸਿੱਧਾ ਪੈਸਾ ਆੜ੍ਹਤੀਆਂ ਕੋਲ ਜਾਂਦਾ ਹੈਗਾ ਜੀ, ਤਾਂ ਉਹ ਮੈਂ ਹੀ ਐਕਸਪਲੇਨ ਕਰ ਸਕਦਾ ਸੀਗਾ, ਕਿਉਂਕਿ ਮੈਂ 4-5 ਸਾਲ ਤੋਂ ਕੰਟੀਨਿਊਟੀ ਸੀ ਮੇਰੀ ਇੱਥੇ, ਤਾਂ ਨਾ ਕੋਈ CM ਆਫਿਸ ਵਾਲਾ ਕਰ ਸਕਦਾ ਸੀ। ਬਟ ਮੇਰਾ ਉੱਥੇ CM ਆਫਿਸ, CM ਸਾਹਿਬ, ਚੀਫ ਸੈਕਟਰੀ, ਪ੍ਰਿੰਸੀਪਲ ਸੈਕਟਰੀ ਮੈਨੂੰ ਰੈਗੂਲਰ ਇਨ ਟੱਚ ਰਹਿੰਦੇ ਸੀ, ਅਤੇ ਉੱਥੇ ਸਟੇਸ਼ਨ ਕੀਤਾ ਵੀ ਜਦ ਤੱਕ ਇਹ ਹੁੰਦਾ ਨਹੀਂ ਤੂੰ ਇਹਦਾ ਹੱਲ ਕਰ। ਬਟ ਉਹ ਉਸ ਟਾਈਮ ਬੇਟਾ ਉੱਧਰ ਸੀ, ਪਰ ਮੈਨੂੰ ਆਲਰੇਡੀ ਉੱਥੇ ਜਾਣਾ ਹੀ ਪੈਂਦਾ ਸੀ। ਫਿਰ ਮੈंने ਇੱਕ ਵਾਰੀ ਮੇਰਾ ਐਰੋਪਲੇਨ 'ਚ ਮੈਂ ਬੈਠ ਕੇ ਤੋਂ ਟੇਕ ਆਫ ਨਹੀਂ ਕੀਤਾ ਅੱਧਾ-ਪੌਣਾ ਘੰਟਾ, ਮੇਰਾ ਫੋਨ ਬੰਦ ਸੀ। ਬਟ ਮੈਨੂੰ ਪਿੱਛੋਂ ਮੇਰੀ ਫੈਮਿਲੀ ਸਾਰੀ ਪੁੱਛ ਰਹੀ ਸੀ ਕਿ ਹੁਣ ਬੇਟੇ ਨੂੰ ਵੈਂਟੀਲੇਟਰ 'ਤੇ ਲਾਉਣਾ ਚਾਹੁੰਦੇ ਅਤੇ ਆਪਾਂ ਕੀ ਕਰੀਏ। ਬਟ ਉਹਨੇ ਆਪੇ ਵੈਂਟੀਲੇਟਰ 'ਤੇ ਲਵਾਤਾ ਜੀ। ਹਾਂ, ਬਟ ਇਹ ਗੱਲ ਦੇ ਵਿੱਚ ਤੁਸੀਂ ਆਪਣੀ ਡਿਊਟੀ ਪਰ ਥੋੜ੍ਹੇ ਦਿਨਾਂ ਬਾਅਦ ਅਸੀਂ ਜੋ ਐਕਸਪਲੇਨ ਕਰਦੇ ਰਹੇ, ਅਸੀਂ ਉਹਨੂੰ ਦੱਸਿਆ ਕਿ ਇਹ ਮਿਸਯੂਜ਼ ਹੁੰਦੀ ਆ ਜਦੋਂ ਤੁਸੀਂ ਵਾਪਸ ਜਦੋਂ ਡਿਲੀਵਰੀ ਦਿੰਦੇ ਆ, ਫਿਰ ਡਿਲੀਵਰੀ ਦੀ ਪੇਮੈਂਟ ਆਉਂਦੀ ਹੈ, ਉਸ ਵੇਲੇ ਏਜੰਸੀਆਂ ਜਿਵੇਂ ਦੂਜੀਆਂ ਮਾਰਕਫੈਡ ਵੀ ਹੈਗੀ ਆ, ਪੰਜਾਬ ਐਗਰੋ ਵੀ ਹੈ, ਵੇਅਰ ਹਾਊਸਿੰਗ ਕਾਰਪੋਰੇਸ਼ਨ ਹੈ, ਪਨਸਪ ਹੈ, ਇਹਨਾਂ ਕੋਲ ਤੁਸੀਂ ਵਾਪਸ ਜਦੋਂ ਡਿਲੀਵਰੀ ਦਿੰਦੇ ਉਦੋਂ ਮਿਸਯੂਜ਼ ਹੁੰਦਾ, ਉਦੋਂ ਤੁਸੀਂ ਪੈਸਾ ਕੰਟਰੋਲ ਕਰਕੇ ਆਪਣੀ ਲਿਮਿਟ ਦੇ ਵਿੱਚ ਪਾਉਣਾ ਸ਼ੁਰੂ ਕਰ ਦਿਓ, ਬਟ ਇਹ ਫਾਰਮਰ ਦੀ ਪੇਮੈਂਟ ਜਾਣ ਦਿਓ। ਉਹ ਸਾਡੇ 10-15 ਦਿਨ ਬਾਅਦ ਉਹ ਫਿਰ ਰਿਲੀਜ਼ ਹੋ ਗਈ। ਦੈਨ ਮੈਂ CM ਆਫਿਸ ਗਿਆ, ਪ੍ਰਿੰਸੀਪਲ ਸੈਕਟਰੀ CM ਨੇ ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਕਰ ਰਿਹਾ, ਬਟ ਉਹ ਕਹਿ ਰਹੇ ਸੀ ਤੁਸੀਂ ਜੰਗ ਜਿੱਤ ਕੇ ਆਏ ਹੋ, ਬਹੁਤ ਵੱਡੀ ਗੱਲ ਸੀ ਜੀ। ਅਤੇ ਮਿਨਿਸਟਰ ਮੇਰੇ ਜਿਹੜੇ ਸੀ ਉਹ CM ਸਾਹਿਬ ਨੂੰ ਕਹਿੰਦੇ ਰਹੇ ਕਿ ਸਾਡਾ ਸੈਕਟਰੀ ਉੱਥੇ ਬੈਠਾ, ਬਟ ਮੈਨੂੰ ਉਹ ਵੀ ਕੋਈ ਨਹੀਂ ਸੀ ਵੀ ਫੈਮਿਲੀ ਟੇਕ ਕੇਅਰ ਕਰ ਹੀ ਰਹੀ ਹੈ ਅਤੇ ਡਾਕਟਰ ਕਰ ਰਿਹਾ, ਅਤੇ ਮੈਂ ਕਿੰਨਾ ਕੁਛ ਕਰ ਸਕਦਾ ਹੈਗਾ ਜੀ। ਸੋ ਤੁਸੀਂ ਹਮੇਸ਼ਾ ਆਪਣੀ ਜੌਬ ਨੂੰ, ਆਪਣੇ ਕਰਤੱਵ ਨੂੰ ਤਰਜੀਹ ਦਿੱਤੀ। ਹਾਂ, ਅਤੇ ਫੈਮਿਲੀ ਦੀਆਂ ਲਾਇਬਿਲਿਟੀਜ਼ ਤੋਂ ਫੈਮਿਲੀ ਆਪ ਸੰਭਾਲਦੀ ਰਹੀ, ਮੈਨੂੰ ਫ੍ਰੀ ਰੱਖਿਆ ਕਿ ਤੁਸੀਂ ਜੌਬ ਜਾਣਾ ਤਾਂ ਉੱਥੇ ਕਰੋ ਜੀ। ਪ੍ਰੋਗਰਾਮ ਵਿੱਚ ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ। ਕਿਸੇ ਨੇ ਸੋਹਣਾ ਲਿਖਿਆ ਹੈ कि किस्साए मोहब्बत हुआ ख़त्म, दो इजाज़त की बिखर जाएं, उठ गए हैं तुम्हारी ज़मीन से, अब सोचते हैं किधर जाएं, अभी मेरे मरने में वक्त है, बताया था जिन्होंने तसव्वुर में, चलो कुछ घड़ी उसी पीर के दर जाएं। ਹੁਣ ਲੱਗਦਾ ਵੀ ਇੰਨਾ ਪੈਸਾ ਵੀ ਅਸੀਂ ਅਰਨ ਕਰ ਲਿਆ, ਸਾਰਾ ਕੁਝ ਦੇਖ ਲਿਆ, ਅਤੇ ਹੁਣ ਜ਼ਿੰਦਗੀ ਦੇ ਇਸ ਪੜਾਅ 'ਤੇ ਮਤਲਬ ਤੁਹਾਡੇ ਆਪਣੀ ਲਾਈਫ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ? ਮੈਂ ਰਿਟਾਇਰ ਹੋ ਕੇ ਕੁਛ ਤਾਂ ਅਮਰੀਕਾ, ਕੈਨੇਡਾ ਚੱਕਰ ਲਾਇਆ ਹੈਗਾ ਜੀ, ਉੱਥੇ ਮਿਲਿਆ। ਹੁਣ ਮੇਰੇ ਕੋਲ ਇੱਕ ਜੁਆਇੰਟ ਫੈਮਿਲੀ ਸਾਡੀ ਇਹ ਲੈਂਡ ਹੈਗੀ ਹੈ, ਮੇਰੇ ਉਹ ਫਾਦਰ ਅਤੇ ਤਾਇਆ ਜੀ ਇਕੱਠੇ ਰਹੇ ਸੀ, ਅਸੀਂ ਤਿੰਨੋਂ ਭਰਾ ਇਕੱਠੇ ਰਹੇ ਸੀ, ਦੋਨੋਂ ਬ੍ਰਦਰ ਨਹੀਂ ਹੈਗੇ, ਉਹਨਾਂ ਦੀਆਂ ਫੈਮਿਲੀਜ਼, ਅਤੇ ਉਹ ਸਾਰੀ ਜ਼ਮੀਨ ਜੋ ਮੇਰੇ ਗ੍ਰੈਂਡਫਾਦਰ ਸੀ ਉਹਨੂੰ ਮੈਂ ਲੁੱਕ ਆਫਟਰ ਕਰ ਰਿਹਾ। ਇੱਕ ਤਾਂ ਬਾਗ ਬੂਗ ਲਾ ਰਿਹਾ ਬੜਾ ਵਧੀਆ, ਮੈਂ 4-5 ਸਾਲ ਦੇ ਵਿੱਚ ਡ੍ਰਿਪ 'ਤੇ ਲਾ ਕੇ ਕਾਮਯਾਬ ਕੀਤਾ, ਔਰ ਮੈਂ ਇਨ ਟੱਚ ਉਹਦੇ ਨਾਲ। ਸੋ ਲਾਈਫ ਦੀ ਮੇਰੀ ਫਿਲਾਸਫੀ ਤਾਂ ਫਿਰ ਤੁਸੀਂ ਸ਼ੇਅਰ ਕਰਨੇ ਹੋ ਤਾਂ ਮੈਨੂੰ ਕਹਿਣਾ ਪੈਣਾ ਕਿ ਗੁਲਸ਼ਨ ਪਰਸਤ ਹੂੰ, ਮੁਝੇ ਗੁਲ ਹੀ ਨਹੀਂ ਅਜ਼ੀਜ਼, ਕਾਂਟੋਂ ਸੇ ਵੀ ਨਿਭਾ ਕਿਏ ਜਾ ਰਹਾ ਹੂੰ ਮੈਂ। ਸੋ ਜ਼ਿੰਦਗੀ 'ਚ ਕੌੜੇ ਮਿੱਠੇ ਆਏ, ਕੋਈ ਪੋਲੀਟੀਸ਼ੀਅਨ ਥੋੜ੍ਹਾ ਖੁਸ਼ ਗਿਆ ਜਾਂ ਬੰਦਾ ਖੁਸ਼ ਗਿਆ, ਬਟ ਮੇਰਾ ਕੰਮ ਸੀ ਕਿ ਸਰ ਜਿਹੜਾ ਆਏ ਉਹ ਬੰਦਾ ਖੁਸ਼ ਜਾਏ, ਕੋਈ ਇਹ ਬੰਦਾ ਨਾ ਕਵੇ ਕਿ ਤੁਹਾਡਾ ਅਫਸਰ ਜੂਨੀਅਰ ਮੈਨੂੰ ਖਰਾਬ ਕਰ ਰਿਹਾ, ਅਤੇ ਉਸ ਨੂੰ ਮੇਰੀ ਅੱਖ ਦਾ ਸ਼ਰਮ ਨਾ ਹੋਵੇ ਜਾਂ ਮੈਂ ਰੋਕਿਆ ਹੋਵੇ ਜੀ। ਸੋ ਉਸ ਨਾਲ ਲੋਕਾਂ ਦੀਆਂ ਦੁਆਵਾਂ ਸੀ ਕਾਫੀ, ਔਰ ਜੋ ਮੇਰੀਆਂ ਪ੍ਰਮੋਸ਼ਨਸ ਹੋਈਆਂ ਅਸਿਸਟੈਂਟ ਰਜਿਸਟਰਾਰ ਕੋਆਪਰੇਟਿਵ ਤੋਂ ਲੈ ਕੇ DC ਔਰ ਐਡਮਿਨਿਸਟ੍ਰੇਟਿਵ ਸੈਕਟਰੀ, ਇੰਨੇ ਸਾਲ ਕੋਈ ਐਗਜ਼ਾਮਪਲ ਨਹੀਂ ਅਤੇ ਕੋਈ ਉਮੀਦ ਨਹੀਂ ਕਰ ਸਕਦਾ, ਮੈਂ ਡਰੀਮ ਵੀ ਨਹੀਂ ਕਰ ਸਕਦਾ ਸੀ। ਸੋ ਰੱਬ ਬਹੁਤ ਮਿਹਰਬਾਨ ਰਿਹਾ ਹੈਗਾ ਜੀ। ਬਹੁਤ ਬਹੁਤ ਧੰਨਵਾਦ, ਬੜਾ ਚੰਗਾ ਲੱਗਿਆ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕਿੱਸੇ ਸਾਡੇ ਨਾਲ ਸਾਂਝਾ ਕੀਤੇ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਗੁਰਨੀਤ, ਥੈਂਕ ਯੂ ਸੋ ਮਚ।
बहुत मेहरबानी सर। सामाहिन हजरात, अक्सर कहा जाता है कि फूलों की तरह जिनके किरदार नहीं होते वो लोग मोहब्बत के हकदार नहीं होते। ये लोग दुआओं से तकदीर बदलते हैं, झोली में फ़कीरों के दिनार नहीं होते। साडी ਇਹ ਕੋਸ਼ਿਸ਼ ਰਿਹਾ ਕਰੇਗੀ ਕਿ ਇਸੇ ਤਰ੍ਹਾਂ ਦੀਆਂ ਖੁਸ਼ਬੂਦਾਰ ਸ਼ਖਸੀਅਤਾਂ ਦੇ ਨਾਲ ਅਸੀਂ ਤੁਹਾਡਾ ਤਾਰੁਫ ਕਰਾਂਦੇ ਰਹੀਏ ਔਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਬਾਕਮਾਲ ਕਿੱਸੇ ਵੀ ਤੁਹਾਡੇ ਨਾਲ ਸਾਂਝਾ ਕਰੀਏ। ਉਮੀਦ ਕਰਦੇ ਹਾਂ ਅੱਜ ਦੀ ਇਹ ਗੱਲਬਾਤ ਮਿਸਟਰ ਧਰਮਜੀਤ ਸਿੰਘ ਗਰੇਵਾਲ ਹੋਰਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਅਗਲੀ ਵਾਰ ਫਿਰ ਤੋਂ ਇੱਕ ਹੋਰ ਸ਼ਖਸ ਦੇ ਨਾਲ ਕਰਾਵਾਂਗੇ ਤੁਹਾਡਾ ਰਾਬਤਾ ਕਾਇਮ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਦਾ ਅਨਮਿਊਟ।